ਆਖਨਹਾਰ ਜਪ ਮਨ ਮੇਰੇ RAM RAM ਰੰਗ। ਘਰ ਬਾਹਰ ਤੇਰਾ ਸਦ ਸੰਗ। ਰਹਾਉ ਤਿਸ ਕੀ ਟੇਕ ਮਨੈ ਮਹਿ ਰਾਖ। ਗੁਰ ਕਾ ਸ਼ਬਦ ਅੰਮ੍ਰਿਤ ਰਸ ਚਾਖ। ਅਵਰ ਜਤਨ ਕਹੋ ਕੌਣ ਕਾਜ। ਕਰ ਕਿਰਪਾ ਰਾਖੈ ਆਪ ਲਾਜ। ਕਿਆ ਮਾਨੁਖ ਕਹੋ ਕਿਆ ਜੋਰ। ਝੂਠਾ ਮਾਇਆ ਕਾ ਸਭ ਸ਼ੋਰ। ਕਰਨ ਕਰਾਵਨ ਹਾਰ ਸੁਆਮੀ। ਸਗਲ ਘਟਾ ਕੇ ਅੰਤਰ ਜਾਮੇ। ਸਰਬ ਸੁਖਾ ਸੁਖ ਸਾਚਾ ਏਹੋ। ਗੁਰ ਉਪਦੇਸ਼ ਮਨੈ ਮਹਿ ਲੇਹੋ। ਜਾ ਕਉ RAM ਨਾਮ ਲਿਵ ਲਾਗੀ। ਕਹੋ ਨਾਨਕ ਸੋ ਧਨ ਵਡ ਭਾਗੀ। ਜਾ ਕਉ RAM ਨਾਮ ਲਿਵ ਲਾਗੀ। ਕਹੋ ਨਾਨਕ ਸੋ ਧਨ ਵਡ ਭਾਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਟਲ ਦਸਾਂ ਪਾਤਸ਼ਾਹੀਆਂ ਦੀ ਜੋਤ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਨਾਢਾ ਸਾਹਿਬ ਵਿਖੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਅਤੀ ਸਤਿਕਾਰਯੋਗ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵੱਡਿਆਂ ਭਾਗਾਂ ਵਾਲੇ ਹੋ। ਜੋ ਸਤਸੰਗਤ ਦੀਆਂ ਅਨਮੋਲ ਘੜੀਆਂ ਦਾ ਲਾਭ ਉਠਾ ਰਹੇ ਹੋ। ਇਲਾਹੀ ਬਾਣੀ ਆਸਾ ਕੀ ਵਾਰ ਦਾ ਪਾਵਨ ਪਵਿੱਤਰ ਕੀਰਤਨ ਆਪ ਨੇ ਗੁਰੂ ਸਵਾਰੇ ਕੀਰਤਨੀਆਂ ਦੀ ਰਸਨਾ ਤੋਂ ਸਰਵਣ ਕੀਤਾ ਹੈ। ਆਓ ਕੁਝ ਸਮੇਂ ਦੇ ਲਈ ਆਪਣੇ ਮਨ ਚਿੱਤ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਵਿਚਾਰ ਨਾਲ ਜੋੜੀਏ। ਲੜੀਵਾਰ ਕਥਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਚੱਲ ਰਹੀ ਹੈ, ਜਿਸ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਗੌੜੀ ਰਾਗ ਦੇ ਅੰਦਰ 177 78 ਅੰਗ ਉੱਤੇ ਅੱਜ ਦਾ ਸ਼ਬਦ ਹੈ। ਆਓ ਇਸ ਪਾਵਨ ਸ਼ਬਦ ਵਿੱਚ ਕੀ ਉਪਦੇਸ਼ ਸਾਨੂੰ ਦੇ ਰਹੇ ਹੈ, ਹਾਜ਼ਰੀ ਲਵਾਉਂਦੇ ਹੋਏ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤਿਸ ਕੀ ਸ਼ਰਨ ਨਾਹੀ ਭਉ ਸੋਗ। ਸਤਿਗੁਰੂ ਜੀ ਕਹਿੰਦੇ ਨੇ ਤਿਸ ਕੀ ਸ਼ਰਨ, ਇਸ਼ਾਰਾ ਕਰ ਰਹੇ ਆ। ਉਹਦੀ ਸ਼ਰਨ ਵਿੱਚ ਕੋਈ ਭਉ ਡਰ ਜਾਂ ਸੋਗ ਦੁੱਖ ਨਹੀਂ ਹੈ। ਉਸ ਦੀ ਸ਼ਰਨ ਵਿੱਚ ਕਿਸੇ ਤਰ੍ਹਾਂ ਦਾ ਦੁੱਖ ਨਹੀਂ ਅਤੇ ਨਾ ਹੀ ਕੋਈ ਡਰ ਹੈ, ਨਾ ਕੋਈ ਸੋਗ ਹੈ। ਕੌਣ? ਉਹ ਰਹਾਉ ਵਾਲੀ ਪੰਕਤੀ 'ਚ ਕਹਿੰਦੇ ਆ ਜਪ ਮਨ ਮੇਰੇ RAM RAM ਰੰਗ। ਉਹ ਹੈ ਰਾਮ ਪਰਮੇਸ਼ਰ ਵਾਹਿਗੁਰੂ ਰਮਿਆ ਹੋਇਆ। ਉਹਦਾ ਨਾਮ ਰੰਗ ਜਣੀ ਪ੍ਰੇਮ ਨਾਲ ਜਪਿਆ। ਜਦੋਂ ਤੂੰ ਜਪੇਂਗਾ ਫਿਰ ਉਹਦੀ ਸ਼ਰਨ ਵਿੱਚ ਹੈ। ਉਹਦੀ ਸ਼ਰਨ ਕੋਈ ਪੱਕਾ ਥਾਂ 'ਤੇ ਉਹਨੇ ਦਿੱਤਾ ਨਹੀਂ ਕਿ ਫਲਾਣੀ ਜਗ੍ਹਾ ਆ ਜਾਓ, ਉਹਦੀ ਸ਼ਰਨ ਵਿੱਚ ਹੈ। ਨਹੀਂ, ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ 'ਤੇ ਬੈਠੇ ਹੋ, ਜਿੱਥੇ ਵੀ ਤੁਹਾਡੇ ਦਿਲ ਵਿੱਚ ਪ੍ਰੇਮ ਆ ਜਾਏ ਪ੍ਰਭੂ ਦੇ ਨਾਲ ਅਤੇ ਉਹਦਾ ਨਾਮ ਪ੍ਰੇਮ ਨਾਲ ਜਪਣ ਲੱਗ ਜਾਓ, ਉੱਥੇ ਹੀ ਉਹਦੀ ਸ਼ਰਨ ਵਿੱਚ ਤੁਸੀਂ ਆ ਗਏ। ਇਹ ਗੱਲ ਨੂੰ ਥੋੜ੍ਹਾ ਸਮਝ ਲੈਣਾ। ਹਰੇਕ ਥਾਂ ਇੱਕੋ ਇੱਕ ਗੁਰੂ ਘਰ ਐਸਾ ਹੈ
ਜਿੱਥੇ ਗੱਲ ਕਹੀ ਜਾਂਦੀ ਹੈ ਕਿ ਪ੍ਰਮਾਤਮਾ ਵਾਹਿਗੁਰੂ ਜਿੱਥੇ ਵੀ ਉਹਨੂੰ ਅਰਾਧ ਲਓ, ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਹਾਂ, ਫਿਰ ਤੁਸੀਂ ਸਵਾਲ ਇਹ ਵੀ ਕਰ ਦੋਗੇ ਗੁਰੂ ਘਰ ਜਾਣ ਦਾ ਫਿਰ ਕੀ ਲਾਭ ਹੈ। ਗੁਰੂ ਘਰ ਆ ਕੇ ਤੁਹਾਨੂੰ ਸਿੱਖਿਆ ਮਿਲਣੀ ਹੈ। ਜਿਵੇਂ ਵਿੱਦਿਆ ਤੁਹਾਨੂੰ ਹਰੇਕ ਥਾਂ 'ਤੇ ਕੰਮ ਦਿੰਦੀ ਨਾ, ਪਰ ਸਕੂਲ ਜਾ ਕੇ ਤੁਸੀਂ ਉਹ ਵਿੱਦਿਆ ਸਿੱਖਦੇ ਹੋ। ਵਿੱਦਿਆ ਦਾ ਵਰਤਾਰਾ ਸਾਰੇ ਕਿਤੇ ਵਰਤਦਾ ਹੈ, ਤੁਹਾਡੇ ਘਰਾਂ 'ਚ ਵੀ ਵਰਤਦਾ ਹੈ, ਰੋਡਾਂ 'ਤੇ ਵੀ ਵਰਤਦਾ ਹੈ, ਤੁਹਾਡੇ ਕੰਮਾਂ ਕਾਰਾਂ 'ਚ ਵੀ ਵਰਤਦਾ ਹੈ। ਪਰ ਵਿੱਦਿਆ ਤੁਹਾਨੂੰ ਸਕੂਲ, ਕਾਲਜ, ਯੂਨੀਵਰਸਿਟੀ ਤੋਂ ਮਿਲਦੀ ਹੈ। ਇਉਂ ਹੀ ਸਤਿਗੁਰੂ ਦੇ ਘਰ ਵਿੱਚ ਆ ਕੇ ਸਾਨੂੰ ਉਹ ਗਿਆਨ ਪ੍ਰਾਪਤ ਹੁੰਦਾ, ਰੱਬੀ ਗਿਆਨ, ਜੋ ਅਸੀਂ ਆਪਣੇ ਜੀਵਨ ਵਿੱਚ ਹਰ ਕੰਮ ਕਾਰ ਵਿੱਚ ਮਹਿਸੂਸ ਕਰਨਾ। ਅਤੇ ਜਦੋਂ ਅਸੀਂ ਉਹਦੇ ਰੰਗ ਵਿੱਚ ਰੰਗੇ ਗਏ, ਮਹਾਰਾਜ ਕਹਿੰਦੇ ਫਿਰ ਜਿੱਥੇ ਮਰਜ਼ੀ ਬਹਿ ਕੇ ਰੰਗਿਆ ਜਾ, ਉਹਦੀ ਸ਼ਰਨ ਵਿੱਚ ਆ ਜਾਏਗਾ ਤੂੰ। ਅਤੇ ਫਿਰ ਜਦੋਂ ਉਹਦੀ ਸ਼ਰਨ ਵਿੱਚ ਆ ਗਿਆ, ਤਿਸ ਕੀ ਸ਼ਰਨ ਨਾਹੀਂ ਭਉ ਸੋਗ। ਮਹਾਰਾਜ ਕਹਿੰਦੇ ਉਹਦੀ ਸ਼ਰਨ ਵਿੱਚ ਫਿਰ ਭਉ ਡਰ ਨਹੀਂ ਰਹਿ ਸਕਦਾ ਕਿਸੇ ਤਰ੍ਹਾਂ ਦਾ। ਭਗਤ ਨਾਮਦੇਵ ਜੀ ਇੱਕ ਦਿਨ ਕਿਸੇ ਪਾਂਡੇ ਦੇ ਕੋਲੋਂ ਸੁਣ ਰਹੇ ਸਨ ਗੱਲਾਂ ਬਾਤਾਂ। ਉਹ ਪਾਂਡਾ ਕਿਤੇ ਪੁਰਾਣਾਂ ਦੀਆਂ ਗੱਲਾਂ ਸੁਣਾ ਰਿਹਾ ਸੀ, ਗਰੁੜ ਪੁਰਾਣ ਦੇ ਵਿੱਚੋਂ, ਕਿਉਂਕਿ ਗਰੁੜ ਪੁਰਾਣ ਵਿੱਚ ਬਹੁਤ ਸਜ਼ਾਵਾਂ ਦਾ ਜ਼ਿਕਰ ਹੁੰਦਾ ਹੈ ਕਿ ਬੰਦਾ ਜਦੋਂ ਇਸ ਦੁਨੀਆ ਤੋਂ ਚਲਾ ਜਾਂਦਾ ਹੈ, ਉਹਨੂੰ ਜਮਦੂਤ ਬਹੁਤ ਤੰਗ ਕਰਦੇ ਆ, ਮਾਰਦੇ ਆ। ਪਰ ਸੱਚ ਹੈ, ਜੀਵ ਦੇ ਕੀਤੇ ਕਰਮਾਂ ਅਨੁਸਾਰ ਮਾਰਾਂ ਪੈਂਦੀਆਂ ਹੋਣਗੀਆਂ, ਪਰ ਭਗਤਾਂ ਦਾ ਰਾਹ ਉਹ ਨਹੀਂ, ਗੁਰਸਿੱਖਾਂ ਦਾ ਰਾਹ ਉਹ ਨਹੀਂ। ਸੱਚੇ ਸੁੱਚੇ ਜੀਵਨ ਵਾਲੇ ਗੁਰਮੁਖ ਉਹ ਉਸ ਰਸਤੇ ਜਾਂਦੇ ਹੀ ਨਹੀਂ। ਦੂਰ ਰਹੀ ਉਹ ਜਨ ਤੇ ਵਾਟ, ਗੁਰਮੁਖਾਂ ਤੋਂ ਰਾਹ ਦੂਰ ਹੈ ਕਿਤੇ। ਅਤੇ ਜਦੋਂ ਪੰਡਿਤ ਜੀ ਗੱਲਾਂ ਕਰ ਰਹੇ ਸਨ, ਭਗਤ ਨਾਮਦੇਵ ਜੀ ਨੇ ਉਸ ਵੇਲੇ ਕਹਿੰਦੇ ਬਈ ਸਾਨੂੰ ਨਹੀਂ ਇਸ ਗੱਲ ਦਾ ਡਰ, ਜਿਹੜੀਆਂ ਗੱਲਾਂ ਤੂੰ ਦੱਸੀ ਜਾਂਦਾ ਨਾ, ਸਾਨੂੰ ਨਹੀਂ ਇਹਦਾ ਡਰ। ਉਹ ਕਹਿੰਦਾ ਨਾਮਦੇਵ ਸੱਚੀ ਨਹੀਂ? ਕਹਿੰਦਾ ਪੁੱਛ ਕੇ ਦੱਸ ਦਿੰਦਾ ਤੈਨੂੰ। ਉਹਨੇ ਫਿਰ ਪਾਵਨ ਬਾਣੀ ਦੇ ਵਿੱਚ ਸ਼ਬਦ ਆਉਂਦਾ, ਉਹ ਸ਼ਬਦ ਆਉਂਦਾ ਜਿਹਦੇ ਵਿੱਚ ਤੂੰ ਕੁਨਰੇ ਮੈਂ ਜੀ ਨਾਮਾ ਹੋ ਜੀ, ਆਉਂਦਾ ਨਾ ਸ਼ਬਦ। ਇਹ ਸ਼ਬਦ ਬੜੇ ਪਿਆਰੇ ਪਿਆਰੇ ਕੀਰਤਨੀਏ ਜਿਨ੍ਹਾਂ ਨੇ ਰਾਗ ਵਿੱਦਿਆ ਸਿੱਖੀ ਹੈ, ਉਹੀਓ ਇਹਨੂੰ ਪੜ੍ਹ ਪਾਉਂਦੇ ਹੈ। ਆਮ ਸਧਾਰਨ ਬੰਦਾ ਇਹਨੂੰ ਪੜ੍ਹ ਨਹੀਂ ਪਾਉਂਦਾ। ਉਹ ਸਵਾਲ ਆ ਉਹਦੇ ਵਿੱਚ, ਤੂੰ ਕੁਨਰੇ। ਰੱਬ ਦੇ ਦਰਬਾਰ ਵਿੱਚ ਪਹੁੰਚ ਗਏ ਭਗਤ ਨਾਮਦੇਵ ਜੀ। ਗੱਲ ਸੁਣ ਕੇ ਅੱਗੋਂ ਆਵਾਜ਼ ਆਈ, ਤੂੰ ਕੌਣ ਹੈ ਬਈ? ਕਹਿੰਦਾ ਮੈਂ ਜੀ ਨਾਮਾ ਹੋ ਜੀ, ਮੈਂ ਨਾਮਦੇਵ ਹਾਂ ਜੀ। ਉਹ ਬਈ ਕਿਉਂ ਆਇਆ ਤੂੰ ਇੱਥੇ? ਕਹਿੰਦਾ ਮੈਂ ਤਾਂ ਸਿੱਧਾ ਪੁੱਛਣ ਆ ਗਿਆ, ਆਲਾ ਤੇ ਨਿਵਾਰਨਾ ਜਮ ਕਾਰਨਾ। ਆਲਾ ਘਰ, ਜਮ ਦੇ ਘਰ, ਯਮਾਂ ਦੇ ਘਰੋਂ ਬਚਾ ਲਏਗਾ ਨਾ, ਇਸ ਕਰਕੇ ਆਇਆ। ਅਤੇ ਭਗਤ ਤੇ ਜਿਹੜੀ ਸਿੱਧੀਆਂ ਰੱਬ ਨਾਲ ਗੱਲਾਂ ਕਰਦੇ ਆ, ਉਹਨਾਂ ਨੂੰ ਕਿਸੇ ਚੀਜ਼ ਦਾ ਡਰ ਭੈ ਖੌਫ ਹੁੰਦਾ ਨਹੀਂ, ਦੂਤ ਨੇੜੇ ਨਹੀਂ ਹੁੰਦੇ। ਮਹਾਰਾਜ ਕਹਿੰਦੇ ਤਿਸ ਕੀ ਸ਼ਰਨ ਨਾਹੀਂ ਭਉ ਸੋਗ। ਉਹਦੀ ਸ਼ਰਨ ਵਿੱਚ ਆਇਆ, ਭੈ ਨਹੀਂ, ਸੋਗ ਚਿੰਤਾ ਨਹੀਂ ਰਹਿੰਦੀ ਕੋਈ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜੀਵਨ ਜਦੋਂ ਪੜ੍ਹਦੇ ਹਾਂ, ਆਹ ਕੈਸਾ ਜੀਵਨ। ਔਰੰਗਜ਼ੇਬ ਦੀ ਸਭਾ ਵਿੱਚ ਬਹੁਤ ਵੱਡੇ ਵੱਡੇ ਵਿਦਵਾਨ ਸਨ। ਕੋਈ ਬੰਦਾ ਕਹਿੰਦਾ ਜੀ 1600 ਵਿਦਵਾਨ ਸਨ, ਕੋਈ ਕਹਿੰਦਾ 700 ਸਨ। ਇੱਕ ਰਾਜਾ ਹੈ ਦਿੱਲੀ ਦਾ, ਜਿੰਨੇ ਵੀ ਵਿਦਵਾਨ ਹੈ ਸਾਰੇ
ਉਹਦੇ ਨਾਲ ਮਿਲ ਕੇ ਚੱਲਦੇ ਸਨ। ਔਰੰਗਜ਼ੇਬ ਦੇ ਤਾਂ ਖਿਲਾਫ ਹੁੰਦੇ ਹੀ ਨਹੀਂ ਸੀ, ਖਾਸ ਕਰਕੇ ਮੁਸਲਮਾਨ ਵਿਦਵਾਨ ਤਾਂ ਉਹਦੇ ਨਾਲ ਹੀ ਸਨ। ਇਸ ਕਰਕੇ 1600 ਕੀ 16,000 ਵੀ ਕਹਿ ਲਓ, ਉਹ ਵੀ ਘੱਟ ਨੇ। ਪਰ ਉਹਨਾਂ ਵਿੱਚੋਂ ਕੁਝ ਖਾਸ ਵਿਦਵਾਨ ਸਨ ਜਿਹੜੇ ਉਹਦੀ ਸਭਾ ਤੱਕ ਪਹੁੰਚ ਰੱਖਦੇ ਸਨ। ਇੱਕ ਦਿਨ ਦੀ ਗੱਲ ਆ, ਉਹਦੀ ਸਭਾ ਵਿੱਚ ਕਿਤੇ ਕੁਰਾਨ ਸ਼ਰੀਫ ਦੀ ਗੱਲ ਚੱਲ ਪਈ, ਕੁਰਾਨੇ ਪਾਕ ਦੀ। ਕੁਰਾਨ ਇਸਲਾਮ ਧਰਮ ਦਾ ਗ੍ਰੰਥ ਹੈ ਔਰ ਇਹ ਕੁਰਾਨ ਦਾ ਅਸਲ ਅਰਥ ਹੈ ਪੜ੍ਹਨਾ। ਸਭ ਤੋਂ ਪਹਿਲਾ ਸ਼ਬਦ ਵੀ ਕੁਰਾਨ ਦਾ ਜਿਹੜਾ ਵਾਕ ਆਇਆ, ਇਕਰਾ ਸ਼ਬਦ ਆਇਆ, ਉਹਦਾ ਅਰਥ ਵੀ ਹੁੰਦਾ ਤੂੰ ਪੜ੍ਹ, ਐ ਮੁਹੰਮਦ ਤੂੰ ਪੜ੍ਹ ਇਹਨੂੰ। ਕੁਰਾਨ ਕੁਰਾਨ ਦੇ ਆਪਾਂ ਜਿਹਨੂੰ ਅਧਿਆਏ ਕਹਿ ਦਿੰਦੇ ਹਾਂ, ਇਹ ਪਾਰੇ ਕਹਿ ਦਿੰਦੇ ਆ ਇਹਨੂੰ। ਇਹ 14 ਪਾਰੇ ਆ ਇਹਦੇ ਅਧਿਆਏ। ਅਤੇ ਇਹ ਪਾਰਿਆਂ ਦੇ ਵਿੱਚ ਫਿਰ ਆਇਤਾਂ ਬਹੁਤ ਸਾਰੀਆਂ ਨੇ। ਆਇਤਾਂ ਛੋਟੀਆਂ ਛੋਟੀਆਂ ਪੰਗਤੀਆਂ ਨੇ, ਪੰਗਤੀਆਂ। ਉਹਦੇ ਅੱਗੇ ਫਿਰ ਆਇਤ ਨੰਬਰ ਲਿਖ ਦਿੱਤਾ ਜਾਂਦਾ, ਅੱਗੇ ਫਿਰ ਆਇਤ ਚੱਲ ਪੈਂਦੀ ਹੈ, ਫਿਰ ਲਿਖ ਦਿੱਤਾ ਜਾਂਦਾ, ਅੱਗੇ ਫਿਰ ਆਇਤ ਚੱਲ ਪੈਂਦੀ ਹੈ। ਛੋਟੀਆਂ ਨੇ, ਵੱਡੀਆਂ ਨੇ, ਬੜੀਆਂ ਸਾਰੀਆਂ ਨੇ। ਅਤੇ ਇਉਂ ਕੁਰਾਨ, ਫਿਰ ਕੁਰਾਨ ਦੇ ਨਾਲ ਸ਼ਰੀਫ ਅਤੇ ਕੁਰਾਨੇ ਪਾਕ ਜਾਂ ਕੁਰਾਨ ਮਜੀਦ, ਇਹ ਸ਼ਬਦ ਹੈ ਜਿਹੜੇ ਇੱਜ਼ਤ ਦੇ ਸ਼ਬਦ ਹੈ। ਇਹ ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਬੋਲਦੇ ਨਾ, ਸਾਹਿਬ ਜੀ, ਇਹ ਸਤਿਕਾਰਬੋਧਕ ਸ਼ਬਦ ਹੈ। ਇਉਂ ਹੀ ਕੁਰਾਨ ਦੇ ਨਾਲ ਕੁਰਾਨੇ ਪਾਕ ਜਾਣੀ ਪਵਿੱਤਰ, ਸ਼ਰੀਫ ਜਾਣੀ ਇੱਜ਼ਤ ਵਾਲੀ, ਇਉਂ ਲੱਗਦੇ ਆ। ਅਤੇ ਕੁਰਾਨ ਦੀ ਗੱਲ ਚੱਲ ਪਈ। ਉੱਥੇ ਬੈਠੇ ਮਸਜਿਦ ਉਹਨਾਂ ਦੇ ਵਿੱਚ, ਮੌਲਵੀਆਂ ਦੇ ਵਿੱਚ ਇੱਕ ਕੋਈ ਨੁਕਤਾ ਸੀ। ਔਰੰਗਜ਼ੇਬ ਨੂੰ ਗੱਲ ਸਮਝ ਨਾ ਆਵੇ ਵੀ ਇਹ ਗੱਲ ਕੀ ਲਿਖੀ ਹੈ ਇੱਥੇ। ਖੌਰੇ ਅਲਿਫ ਲਾਮ ਮੀਮ ਦੇ ਉੱਤੇ ਵਿਚਾਰ ਚੱਲ ਪਈ। ਕੁਰਾਨ ਵਿੱਚ ਹੀ ਆਉਂਦੀਆਂ ਨੇ ਇਹ ਪੂਰੇ। ਜਦੋਂ ਆਉਂਦਾ ਨਾ ਪੜ੍ਹਦਿਆਂ ਫਿਰ ਇਹਨੂੰ ਇਹ ਇੱਦਾਂ ਹੀ ਬੋਲਦੇ ਅਲਿਫ ਲਾਮ ਮੀਮ, ਇਹਦੇ ਅਰਥ ਨਹੀਂ ਕਰਦੇ ਇਹ ਕੁਰਾਨ ਵਿੱਚ। ਅਤੇ ਗੱਲ ਚੱਲ ਪਈ, ਕਦੀ ਕੋਈ ਹੋਰ ਆਇਤ ਦੀ ਗੱਲ ਚੱਲ ਪਈ। ਅਤੇ ਗੱਲਾਂ ਚੱਲਦੀਆਂ ਸਾਰੇ ਵਿਦਵਾਨਾਂ ਤੋਂ ਕੁੰਡੀ ਖੁੱਲ੍ਹੀ ਨਾ। ਕਹਿੰਦੇ ਚਲੋ ਕੱਲ੍ਹ 'ਤੇ ਗੱਲ ਛੱਡ ਦਈਏ, ਕੱਲ੍ਹ ਨੂੰ ਇਹ ਵਿਚਾਰ ਆਪਾਂ ਸ਼ੁਰੂ ਕਰਾਂਗੇ। ਕੱਲ੍ਹ 'ਤੇ ਗੱਲ ਚਲੀ ਗਈ, ਸਭਾ ਲੱਗ ਗਈ। ਸਭਾ ਦੇ ਵਿੱਚ ਗੱਲ ਸ਼ੁਰੂ ਹੋ ਗਈ। ਫਿਰ ਉਹਦੇ ਉੱਤੇ ਜਦੋਂ ਕਿਸੇ ਤੋਂ ਗੱਲ ਨਾ ਆਈ, ਇਹਦਾ ਇੱਕ ਪੁੱਤ ਸੀ, ਉਹਦਾ ਨਾਂ ਸੀ ਬਹਾਦਰ ਸ਼ਾਹ। ਔਰੰਗਜ਼ੇਬ ਦੇ ਪੁੱਤ ਦਾ ਨਾਮ, ਬਾਅਦ 'ਚ ਰਾਜਾ ਵੀ ਬਣਿਆ ਉਹ ਬਹਾਦਰ ਸ਼ਾਹ। ਉੱਦਾਂ ਉਹਦਾ ਜਦੋਂ ਉਸ ਸਮੇਂ ਸੀ ਉਹਦਾ ਨਾਂ ਸੀ ਸ਼ਾਹ ਮੁਅੱਜ਼ਮ। ਜਦੋਂ ਰਾਜਾ ਬਣਿਆ ਫਿਰ ਉਹਨੇ ਨਾਂ ਬਹਾਦਰ ਸ਼ਾਹ ਰਖਾਇਆ ਸੀ। ਉਦੋਂ ਪਹਿਲਾਂ ਉਹਨੂੰ ਮੁਅੱਜ਼ਮ ਕਹਿੰਦੇ ਸੀ, ਸ਼ਾਹ ਮੁਅੱਜ਼ਮ। ਅਤੇ ਚਲੋ ਬਹਾਦਰ ਸ਼ਾਹ ਹੀ ਆਪਾਂ ਵਰਤਾਂਗੇ ਤਾਂ ਕਿ ਗੱਲ ਹੁਲ ਜੇ ਨਾ। ਸਭਾ ਵਿੱਚ ਜਦੋਂ ਕਿਸੇ ਤੋਂ ਗੱਲ ਨਾ ਆਈ, ਇਹਨੇ ਫਿਰ ਆਖਿਆ ਜੀ ਮੈਂ ਗੱਲ ਕਰ ਸਕਦਾ ਇਹਦੇ 'ਤੇ। ਔਰੰਗਜ਼ੇਬ ਨੂੰ ਬੜਾ ਇਸ ਗੱਲ 'ਤੇ ਗੁੱਸਾ ਆਇਆ। ਉਹ ਕਹਿੰਦਾ ਤੂੰ ਐਡੇ ਐਡੇ ਵਿਦਵਾਨਾਂ 'ਚ ਤੇਰੀ ਜ਼ਰੂਰਤ ਕਿਵੇਂ ਹੋਈ ਬੋਲਣ ਦੀ? ਤੂੰ ਤਾਂ ਹਜੇ ਕੱਲ੍ਹ ਦਾ ਵਿਦਿਆਰਥੀ ਹੈ। ਉੱਥੇ ਕਿਸੇ ਬਜ਼ੁਰਗ ਬੰਦੇ ਨੇ ਆਖਿਆ ਵੀ ਦੇਖੋ, ਸਭਾ ਦੇ ਵਿੱਚ ਸਭ ਨੂੰ ਬੋਲਣ ਦਾ ਅਧਿਕਾਰ ਹੁੰਦਾ। ਜੇ ਆਪਣੇ ਵਿਚਾਰ ਰੱਖਣੇ ਚਾਹੁੰਦਾ ਤਾਂ ਰੱਖ ਲੈਣ ਦੇਣੇ ਚਾਹੀਦੇ, ਇਹਦੇ ਵਿੱਚ ਕਿਹੜੀ ਗੱਲ ਹੈ। ਉਸ ਵੇਲੇ ਫਿਰ ਇਹਨੇ ਉਸ ਪੰਗਤੀ ਦੇ, ਉਸ ਆਇਤ ਦੇ ਅਰਥ ਕੀਤੇ। ਜਦੋਂ ਇਹਦੇ ਅਰਥ ਕੀਤੇ, ਸਾਰੇ ਬੜੇ ਹੈਰਾਨ ਰਹਿ ਗਏ ਵੀ ਇਹ ਤਾਂ ਬੜੇ ਸੋਹਣੇ ਅਰਥ ਕੀਤੇ ਨੇ। ਔਰੰਗਜ਼ੇਬ ਵੀ ਹੈਰਾਨ ਰਹਿ ਗਿਆ। ਔਰੰਗਜ਼ੇਬ ਨੇ ਫਿਰ ਇਹਨੂੰ ਆਖਿਆ, ਕਹਿੰਦਾ ਬਈ ਮੈਂ ਤੇਰਾ ਪਿਓ ਹਾਂ, ਮੈਨੂੰ ਪਤਾ ਤੇਰਾ ਤੂੰ ਕਿੰਨੇ ਕੁ ਪਾਣੀ 'ਚ ਹੈ, ਤੂੰ ਤਾਂ ਨਹੀਂ ਕੀਤੇ। ਕੱਲ੍ਹ ਗੱਲ ਚੱਲੀ ਸੀ, ਕੱਲ੍ਹ ਤੈਨੂੰ ਪਤਾ ਲੱਗ ਗਿਆ ਗੱਲ, ਤੂੰ ਪਤਾ ਕੀਤਾ ਕਿਸੇ ਤੋਂ, ਇਹ ਕੀ ਤੋਂ ਪੁੱਛਿਆ ਮੈਨੂੰ ਇਹ ਦੱਸ। ਉਹ ਬੰਦਾ ਮਲਾਜ ਹੀ ਨੇ ਤੈਨੂੰ ਇਹ ਅਰਥ ਦੱਸਿਆ। ਉਸ ਵੇਲੇ ਫਿਰ ਉਹਨੇ ਦੱਸਿਆ, ਕਹਿੰਦਾ ਬਈ ਦਰਅਸਲ ਮੇਰੇ ਉਸਤਾਦ ਹੈ ਜਿਹੜੇ, ਉਹਨਾਂ ਨੇ ਮੈਨੂੰ ਸਿਖਾਇਆ। ਉਹ ਕੌਣ ਸੀ? ਭਾਈ ਨੰਦ ਲਾਲ ਜੀ, ਜਿਨ੍ਹਾਂ ਬਾਅਦ ਵਿੱਚ ਫਿਰ ਜ਼ਿੰਦਗੀਨਾਮਾ, ਬੰਦਗੀਨਾਮਾ,
ਬੜੀਆਂ ਸੋਹਣੀਆਂ ਸੋਹਣੀਆਂ ਕਿਤਾਬਾਂ ਹੋਰ ਬੜੀਆਂ ਸਾਰੀਆਂ ਲਿਖੀਆਂ। ਤੇ ਕਹਿੰਦਾ ਅੱਛਾ ਉਹ ਕੌਣ ਹੈ? ਕਹਿੰਦਾ ਉਹ ਤਾਂ ਨੰਦ ਲਾਲ, ਉਹ ਤਾਂ ਹਿੰਦੂ ਸ਼ਬਦ ਹੈ, ਉਹ ਤਾਂ ਮੁਸਲਮਾਨ ਹੈ ਨਹੀਂ। ਬੋਲ, ਕਹਿੰਦਾ ਹਾਂ ਵੀ ਮੁਸਲਮਾਨ ਤਾਂ ਨਹੀਂ, ਪਰ ਉੱਦਾਂ ਦੀਵਾਨ ਹੈ, ਮੇਰਾ ਉਸਤਾਦ ਹੈ, ਉਹ ਮੈਨੂੰ ਸਿਖਾਉਂਦਾ। ਔਰੰਗਜ਼ੇਬ ਉਹਨੂੰ ਕਹਿੰਦਾ ਵੀ ਗੱਲ ਸੁਣ ਮੇਰੀ, ਐਡਾ ਵੱਡਾ ਵਿਦਵਾਨ, ਇੰਨੀ ਸਮਝ ਬਰੀਕ ਉਹਨੂੰ ਬੰਦੇ ਨੂੰ, ਮਤਲਬ ਜਿਹੜੀ ਮੇਰੇ ਐਡੇ ਮੌਲਵੀ ਮੌਲਾਨੇ ਕਾਜ਼ੀਆਂ ਨੂੰ ਸਮਝ ਨਹੀਂ, ਅਤੇ ਉਹ ਬੰਦੇ ਨੂੰ ਇੰਨੀ ਸਮਝ ਬਰੀਕੀ ਨਾਲ, ਔਰ ਅਰਥ ਬੜੇ ਉਹਨੇ ਹਕੀਕਤ ਦੇ ਕੀਤੇ ਹੈ। ਕਿਉਂਕਿ ਇਸਲਾਮ ਦੇ ਅੰਦਰ ਚੱਲਦੀਆਂ ਨਾ, ਸ਼ਰੀਅਤ ਚੱਲਦੀ ਹੈ, ਤਰੀਕਤ ਚੱਲਦੀ ਹੈ, ਫਿਰ ਹਕੀਕਤ ਚੱਲਦੀ ਹੈ। ਇੱਦਾਂ ਹੁੰਦੇ ਇਹਨਾਂ ਦੇ ਹੌਲੀ ਹੌਲੀ ਦਰਜਾ ਬ ਦਰਜਾ। ਵੀ ਉਹਨੇ ਦਰ ਹਕੀਕਤ ਦੇ ਅਰਥ ਕੀਤੇ ਹੈ ਬੜੇ ਸੋਹਣੇ, ਗਾਇਬ ਦੀਆਂ ਗੱਲਾਂ ਉਹਨੇ ਕੀਤੀਆਂ ਨੇ। ਉਹ ਤਾਂ ਬੰਦਾ ਮੁਸਲਮਾਨ ਹੋਣਾ ਚਾਹੀਦਾ। ਉਹਨੂੰ ਜਿਵੇਂ ਕਿਵੇਂ ਕਰਕੇ ਸਭਾ 'ਚ ਪੇਸ਼ ਕਰੋ, ਟਾਈਮ ਲੈ ਲਓ 1-2 ਦਿਨ ਦਾ, ਉਹਨੂੰ ਆਖੋ ਮੁਸਲਮਾਨ ਹੋ ਜਾ। ਉਹ ਕਹਿੰਦਾ ਜੀ ਕੋਈ ਨਾ, ਮੈਂ ਗੱਲ ਕਰਦਾ ਜਾ ਕੇ। ਹੁਣ ਜਦੋਂ ਉਹਦੇ ਕੋਲ ਗਿਆ, ਉਹਨੂੰ ਕਹਿਣ ਲੱਗਾ ਆਪਣੇ ਉਸਤਾਦ ਨੂੰ, ਨੰਦ ਲਾਲ ਨੂੰ, ਕਹਿੰਦਾ ਉਸਤਾਦ ਜੀ ਮੈਂ ਤੁਹਾਡੇ ਤੋਂ ਹਜੇ ਬਹੁਤ ਕੁਝ ਸਿੱਖਣਾ ਸੀ, ਸਿੱਖ ਰਿਹਾ ਸੀ ਮੈਂ। ਮੇਰੇ ਲਈ ਇਹ ਵੱਡੀ ਗੱਲ ਹੈ ਕਿ ਮੈਨੂੰ ਸਿਖਾਉਣ ਵਾਲਾ ਤੇਰੇ ਵਰਗਾ ਆਲਮ ਅਤੇ ਫਾਜ਼ਲ ਬੰਦਾ ਹੈ। ਆਲਮ ਕਹਿੰਦੇ ਵਿਦਵਾਨ ਨੂੰ, ਫਾਜ਼ਲ ਕਹਿੰਦੇ ਜਿਹਦੇ ਕਿਰਪਾ ਹੋਵੇ, ਫਜ਼ਲ ਹੋਵੇ। ਅਸੀਂ ਤਾਂ ਹਰੇਕ ਨੂੰ ਆਲਮ ਫਾਜ਼ਲ ਬਣਾਈ ਜਾਂਦੇ ਹਾਂ ਵੀ ਆਲਮ ਹੈ ਜੀ, ਇਹ ਫਾਜ਼ਲ ਹੈ। ਨਾ ਤਾਂ ਉਹਨੇ ਜਪਜੀ ਦੀ ਸੰਥਿਆ ਕੀਤੀ ਹੁੰਦੀ ਹੈ, ਨਾ ਕਦੇ ਕੋਈ ਗੁਰੂ ਦੀ ਮਿਹਰ ਪ੍ਰਾਪਤ ਕੀਤੀ ਹੁੰਦੀ। ਕਿਉਂਕਿ ਅਸੀਂ ਜੋ ਆਲਮ ਫਾਜ਼ਲ ਇੱਦਾਂ ਦੇ ਹਾਂ, ਅਸੀਂ ਦੋਵੇਂ ਵੱਖੋ ਵੱਖਰੇ ਸ਼ਬਦ ਹੈ, ਪਰ ਜਿਹਦੇ ਉੱਤੇ ਦੋਵੇਂ ਢੁਕਦੇ ਹੋਣ, ਉਹ ਸਮਝੋ ਕਿ ਦੀਨ ਦੁਨੀਆ ਦਾ ਉਹ ਮਾਲਕ ਹੀ ਬਣ ਗਿਆ। ਉੱਤੇ ਪਰਮਾਤਮਾ ਦੀ ਮਿਹਰ ਹੋ ਗਈ, ਉਹਨੇ ਜੀਵਨ ਸਫਲ ਕਰ ਲਿਆ, ਆਲਮ ਫਾਜ਼ਲ ਹੋ ਗਿਆ ਜਿਹੜਾ। ਇਹ ਕਹਿਣ ਲੱਗਾ ਵੀ ਤੁਸੀਂ ਆਲਮ ਵੀ ਹੋ ਅਤੇ ਫਾਜ਼ਲ ਵੀ ਹੋ, ਪਰ ਦਿੱਕਤ ਇਹ ਬਣ ਗਈ ਕਿ ਮੇਰਾ ਪਿਓ ਔਰੰਗਜ਼ੇਬ, ਹੁਣ ਉਹਦੀ ਆਪਣੀ ਇੱਕ ਨੀਤੀ ਆ, ਉਹ ਦੂਜੇ ਬੰਦੇ ਨੂੰ ਪਸੰਦ ਹੀ ਨਹੀਂ ਕਰਦਾ। ਇਸਲਾਮ ਜਿਹਨੇ ਨਹੀਂ ਮੰਨਿਆ ਜਾਂ ਮੁਸਲਮਾਨ ਜਿਹੜਾ ਨਹੀਂ ਹੋਇਆ, ਉਸ ਬੰਦੇ ਨੂੰ ਉਹ ਚੰਗਾ ਹੀ ਨਹੀਂ ਸਮਝਦਾ। ਫਿਰ ਇੱਕ ਕੰਮ ਹੈ, ਉਹ ਕਹਿੰਦਾ ਮੈਂ ਤਾਂ ਨਹੀਂ ਤੈਨੂੰ ਕਹੂੰਗਾ ਵੀ ਮੁਸਲਮਾਨ ਹੋ ਜਾ, ਵੀ ਤੂੰ ਆਪਣਾ ਬਚਾਅ ਕਰ ਲੈ। ਆ ਬੰਦ ਕਰ ਦੇ ਬਈ ਫੋਨ, ਜਾਂ ਮਿੱਤਰਾ ਪਿਆਰਿਆ ਇਹਨੂੰ ਬੰਦ ਰੱਖ ਵੀਰ ਬਣ ਕੇ। ਅਤੇ ਉਹ ਕਹਿੰਦਾ ਬਈ ਇਹਨੂੰ ਮੈਂ ਨਹੀਂ ਕਹੂੰ ਤੈਨੂੰ ਮੁਸਲਮਾਨ ਹੋ ਜਾ। ਕਹਿੰਦਾ ਫਿਰ ਹੱਲ ਦੱਸ ਮੈਨੂੰ ਕੀ ਕਰਾਂ? ਕਹਿੰਦਾ ਨਿਕਲ ਜਾ ਕਿਤੇ ਨਾ ਕਿਤੇ। ਉਹ ਕਹਿੰਦਾ ਨਿਕਲਾਂ ਕਿੱਥੇ, ਕਿੱਥੇ ਜਾਊਂਗਾ? ਕਿ ਉਹਨੇ ਜਾਣ ਦੇਣਾ ਕਿਤੇ? ਪੂਰੀ ਹਿੰਦੁਸਤਾਨ ਦੀ ਧਰਤੀ 'ਤੇ ਇਸ ਬੰਦੇ ਦਾ ਰਾਜ ਹੈ। ਇਹ ਜਿੱਥੇ ਮੈਂ ਜਾਊਂਗਾ ਉੱਥੋਂ ਫੜ ਲੂਗਾ ਮੈਨੂੰ, ਜਾਂ ਮੈਂ ਕਿਤੇ ਗੈਰ ਮੁਲਕ 'ਚ ਚਲਾ ਜਾਵਾਂ ਉੱਥੋਂ ਮੰਗਵਾ ਲਏਗਾ ਮੈਨੂੰ। ਇਹਦੀ ਮੋੜ ਦਾ ਕਿਹੜਾ ਬੰਦਾ ਇਹ? ਆਹ ਹੁਣ ਵਾਲੇ ਰਾਜੇ ਤਾਂ ਐਵੇਂ ਗੱਪਾਂ ਗੁੱਪਾਂ ਮਾਰਦੇ ਆ, ਇਹਨਾਂ ਦੀ ਪਹੁੰਚ ਪੂੰਝ ਨਹੀਂ ਕਿਤੇ। ਉਹਦੀ ਪਹੁੰਚ ਬੜੀ ਸੀ, ਇਹ ਤਾਂ ਐਵੇਂ ਝੰਡੇ ਚੁੱਕੀ ਫਿਰਦੇ ਆ। ਉਹ ਕਹਿੰਦਾ ਵੀ ਮੈਨੂੰ ਡਰ ਹੈ ਵੀ ਮੈਨੂੰ ਕਿਤੋਂ ਵੀ ਮੰਗਾ ਲਏਗਾ ਅਤੇ ਮੈਨੂੰ ਫਿਰ ਇਹ ਫਿਰ ਕਹੇਗਾ ਮੁਸਲਮਾਨ ਹੋ ਜਾ। ਮੈਨੂੰ ਧਰਤੀ 'ਤੇ ਮੈਨੂੰ ਥਾਂ ਦੱਸ ਜਿੱਥੇ ਜਾ ਕੇ ਮੈਂ ਸ਼ਰਨਗਾਹ ਲੈ ਲਵਾਂ, ਜਿੱਥੇ ਜਾ ਕੇ ਪਨਾਹ ਲੈ ਲਵਾਂ, ਜਿੱਥੋਂ ਮੈਨੂੰ ਔਰੰਗਜ਼ੇਬ ਬੁਲਾ ਨਾ ਸਕੇ। ਔਰੰਗਜ਼ੇਬ ਦੇ ਪੁੱਤ ਨੂੰ ਸਮਝ ਸੀ। ਉਹ ਕਹਿੰਦਾ ਬਈ ਧਰਤੀ ਦੇ ਜਿਹੜੇ ਮਰਜ਼ੀ ਕੋਨੇ ਚੱਲ ਜਾ, ਬੁਲਾ ਤਾਂ ਲਊਗਾ। ਇਹ ਤਾਂ ਜ਼ੋਰ ਚੱਲਦਾ, ਡਰਦੇ ਆ ਲੋਕ ਇਹ ਤੋਂ। ਉਹ ਕਹਿੰਦਾ ਧਰਤੀ 'ਤੇ ਕੋਈ ਐਸੀ ਥਾਂ ਨਹੀਂ ਜਿੱਥੇ ਇਹਦਾ ਜ਼ੋਰ ਨਹੀਂ ਜਾਂ ਡਰ ਨਹੀਂ ਚੱਲਦਾ। ਉਹ ਕਹਿੰਦਾ ਇੱਕ ਥਾਂ ਹੈਗੀ ਆ, ਖੈਰ ਇੱਕ ਹੈਗੀ ਜਿੱਥੇ ਇਹਦਾ ਜ਼ੋਰ ਨਹੀਂ ਚੱਲਦਾ, ਜਿੱਥੇ ਇਹ ਤੋਂ ਡਰਦਾ ਹੀ ਨਹੀਂ ਕੋਈ। ਉਹ ਕਹਿੰਦਾ ਇਹ ਇਹੀ ਜਿਹੀ ਕਿਹੜੀ ਆ? ਕਹਿੰਦਾ ਪੰਜਾਬ ਦੀ ਧਰਤੀ ਹੈ। ਪੰਜਾਬ ਦੀ ਧਰਤੀ ਦੇ ਉੱਤੇ ਇੱਕ ਅਨੰਦਪੁਰ ਸਾਹਿਬ ਨਾਂ ਦਾ ਨਗਰ ਹੈ, ਅਤੇ ਉਹ ਨਗਰ ਦਾ ਮਾਲਕ ਹੈ ਗੁਰੂ ਗੋਬਿੰਦ ਸਿੰਘ। ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ। ਜਾ ਤੂੰ ਗੁਰੂ ਗੋਬਿੰਦ ਸਿੰਘ ਦੀ ਸ਼ਰਨ ਚੱਲ ਜਾ। ਆਹਾ ਹਾ ਹਾ ਸਿੰਘ ਸ਼ਰਨ ਕਤ ਜਾਈਏ ਜੋ ਜੰਬਕ ਗਰਾਸਾ ਹੈ।
ਉਹ ਸ਼ੇਰ ਦੀ ਸ਼ਰਨ ਵਿੱਚ ਚਲੇ ਜਾਈਏ ਤੇ ਫਿਰ ਗਿੱਦੜ ਦੀ ਕੀ ਤਾਕਤ ਉੱਥੋਂ ਖਿੱਚ ਲਵੇ ਬੰਦੇ ਨੂੰ। ਤੇ ਫਿਰ ਭਾਈ ਨੰਦ ਲਾਲ ਭੱਜਿਆ ਰਾਤ ਨੂੰ, ਭੇਸ਼ ਭੂਸ਼ ਬਦਲੇ ਤੇ ਕਈ ਰੂਪ ਬਦਲ ਕੇ ਕਈ ਦਿਨਾਂ ਤੋਂ ਬਾਅਦ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕੋਲ ਆਇਆ ਸੀ। ਉਹਦਾ ਇਹਦਾ ਜਨਮ ਗਜਨੀ ਦਾ ਸੀ। ਜੇ ਕਿਸੇ ਭਾਈ ਨੰਦ ਲਾਲ ਬਾਰੇ ਬਹੁਤਾ ਜਾਣਨਾ ਹੋਵੇ, ਮੇਰੀ ਇੱਕ ਮੇਰੇ ਖਿਆਲ ਸੰਗਤ TV ਦੇ ਉੱਤੇ ਇੱਕ 2 ਐਪੀਸੋਡ ਨੇ ਉਹਨਾਂ ਕੀਤੇ ਸੀ ਭਾਈ ਨੰਦ ਲਾਲ ਜੀ ਦੇ ਉੱਤੇ। ਮੇਰੇ ਤੋਂ ਕਾਫੀ ਪੁੱਛਗਿੱਛ ਉਹਦੇ ਵਿੱਚ ਹੈ, ਮਿਲ ਸਕਦੇ ਤੁਹਾਨੂੰ। ਤੇ ਭਾਈ ਨੰਦ ਲਾਲ ਜੀ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਰਨ ਆਏ ਤੇ ਫਿਰ ਉੱਥੇ ਜਾ ਕੇ ਗੁਰੂ ਦੇ ਹੀ ਹੋ ਗਏ। ਕਈ ਸਾਲ ਉੱਥੇ ਹੀ ਰਹੇ। ਨਾ ਕਿਸੇ ਔਰੰਗਜ਼ੇਬ ਨੇ ਸੱਦਾ ਭੇਜਿਆ, ਨਾ ਕਿਸੇ ਨੇ ਫੜਿਆ। ਤੇ ਐਸਾ ਹੀ ਹੈ, ਤਿਸ ਕੀ ਸ਼ਰਨ ਨਾਹੀ ਭਾਉ ਸੋਗ। ਉਹਦੀ ਸ਼ਰਨ ਵਿੱਚ ਨੰਦ ਲਾਲ ਗਿਆ, ਨੰਦ ਲਾਲ ਦਾ ਡਰ ਚੁੱਕਿਆ ਗਿਆ। ਤੇ ਉਹ ਗੁਰੂ ਦੀ ਸ਼ਰਨ ਅੱਜ ਵੀ ਹੈ ਸਾਧ ਸੰਗਤ। ਉਹਦੀ ਸ਼ਰਨ ਵਿੱਚ ਆ ਜਾਈਏ, ਕਿਤੇ ਵੀ ਤੁਸੀਂ ਬੈਠੇ ਹੋ। ਅੱਜ ਤੇ ਗੱਲ ਹੋਰ ਹੋ ਰਹੀ ਹੈ। ਆਪਣੇ ਮਨ ਨੂੰ ਉਹਦੇ ਅਧੀਨ ਕਰ ਦਿਓ। ਨਿਮਰਤਾ ਪੂਰਵਕ ਹੱਥ ਜੋੜ ਕੇ, ਸਿਰ ਝੁਕਾ ਕੇ, ਅੰਦਰੋਂ ਦਿਲ ਨੂੰ ਗੁਰੂ ਦੇ ਅੱਗੇ ਰੱਖ ਕੇ ਮਨ ਨੂੰ ਕਿ ਸੱਚੇ ਪਾਤਸ਼ਾਹ ਕਿਸ ਹੀ ਕੋਈ ਕੋਏ ਮੰਝ ਨਿਮਾਣੀ ਹਿੱਕ ਤੂੰ। ਮਹਾਰਾਜ ਕਿਸੇ ਨੂੰ ਕੋਈ, ਮੇਰਾ ਕੋਈ ਨਹੀਂ ਮੇਰੇ ਮਾਲਕ ਜੀ। ਤੇ ਸਾਧ ਸੰਗਤ ਚਿੰਤਾ ਹੀ ਕੋਈ ਨਹੀਂ, ਆਪੇ ਹੀ ਕਾਰਜ ਕਰਦਾ, ਘਬਰਾਉਣ ਦੀ ਲੋੜ ਨਹੀਂ। ਕੱਲ੍ਹ ਪਰਸੋਂ ਮੈਂ ਸੁਣ ਰਿਹਾ ਸੀ, ਇੱਕ ਕਿਸੇ ਬੰਦੇ ਨੇ ਮੈਨੂੰ ਭੇਜੀ ਸੀ ਬੜੀ ਪਿਆਰੀ ਇੱਕ ਸੱਚੀ ਘਟਨਾ। ਮਹਾਰਾਜ ਕਹਿੰਦੇ ਉਸ ਤੇ ਬਾਹਰ ਕਛੂ ਨਾ ਹੋਗ। ਉਹ ਤੋਂ ਬਾਹਰ ਕੁਛ ਵੀ ਨਹੀਂ। ਕਿਹੜੀ ਚੀਜ਼ ਹੈ ਵੀ ਜਿਹੜੀ ਉਹ ਤੋਂ ਬਾਹਰ ਹੋ ਸਕਦੀ ਹੈ? ਕੋਈ ਉਹ ਤੋਂ ਇੱਕ ਵੀ ਚੀਜ਼ ਉਹ ਤੋਂ ਬਾਹਰ ਹੀ ਹੈ ਨਹੀਂ ਵੀ ਉਹ ਨਹੀਂ ਕਰ ਸਕਦਾ। ਉਹਦੇ ਤਰੀਕੇ ਆਪਣੇ ਆ, ਬਸ ਇਹ ਫਰਕ ਹੈ। ਅਸੀਂ ਕਹਿੰਦੇ ਹਾਂ ਵੀ ਮੈਂ ਜਿਹੜੀ ਸੂਈ ਦੇ ਨੱਕੇ ਥਾਣੀ ਰੱਬ ਨੂੰ ਕੱਢਣਾ ਚਾਹੁੰਦਾ, ਇੱਥੋਂ ਦੀ ਨਿਕਲੇ, ਸਾਡੀ ਸੁਭਾਅ ਹੈ। ਪਰ ਉਹ ਆਪਣੇ ਤਰੀਕੇ ਕਰਦਾ, ਉਹਦੇ ਆਪਣੇ ਨਿਯਮ ਨੇ। ਜੇ ਤੁਹਾਡੇ ਨਿਯਮਾਂ 'ਤੇ ਚੱਲਣ ਲੱਗ ਜੇ ਫਿਰ ਰੱਬ ਕਾਹਦਾ ਹੋ ਗਿਆ? ਪਰ ਹਾਂ ਇਹ ਗੱਲ ਹੈ ਕਿ ਉਹ ਤੋਂ ਬਾਹਰ ਕੁਛ ਵੀ ਨਹੀਂ। ਮੈਂ ਜਿਹੜੀ ਤੁਹਾਨੂੰ ਗੱਲ ਦੱਸ ਰਿਹਾ ਸੀ, ਇੱਕ ਬਹੁਤ ਸਿਆਣੇ ਗੁਰਸਿੱਖ ਦੀ ਗੱਲ ਹੈ, ਸੱਚੀ ਘਟਨਾ ਉਹਦੀ ਮੇਰੇ ਕੋਲ ਪਈ ਵੀ ਆ ਸਾਰਾ ਪ੍ਰੂਫ। ਉਹ ਬੰਦਾ ਪ੍ਰੋਫੈਸਰ ਰਿਟਾਇਰ ਹੋਇਆ, ਪੜ੍ਹਾਉਂਦਾ ਪਤਾ ਕਿਹਨੂੰ ਸੀ? ਜਿਹੜੇ IAS ਵਗੈਰਾ ਪਾਸ ਕਰ ਲੈਂਦੇ ਆ। ਉਦੋਂ ਬਾਅਦ ਉਹਨਾਂ ਦੀ 6 ਮਹੀਨੇ ਦੀ ਕਲਾਸ ਲੱਗਦੀ, ਟ੍ਰੇਨਿੰਗ ਲੱਗਦੀ ਸੀ ਤੇ ਉਹਨਾਂ ਨੂੰ ਪੜ੍ਹਾਉਂਦਾ ਸੀ। ਜਣੀ ਸੈਂਕੜੇ ਹੀ ਵੱਡੇ ਵੱਡੇ ਅਫਸਰ ਉਸ ਬੰਦੇ ਨੇ ਪੜ੍ਹਾਏ। ਤੇ ਉਹ ਗੁਰਸਿੱਖ ਇੰਨਾ ਵਧੀਆ ਬੰਦਾ ਸੀ, ਉਹਨੇ ਜ਼ਿੰਦਗੀ ਵਿੱਚ ਕਦੇ ਕਿਸੇ ਨੂੰ ਸਿਫਾਰਿਸ਼ ਨਹੀਂ ਸੀ ਪਾਈ। ਬਾਣੀ ਪੜ੍ਹਦਾ ਸੀ, ਪਿਆਰ ਕਰਦਾ ਸੀ ਗੁਰੂ ਨੂੰ। ਉਹਦੀ ਜੀਵਨ ਦੀ ਸੱਚੀ ਘਟਨਾ, ਉਹਦੀ ਬੇਟੀ ਦੀ ਪੜ੍ਹਾਈ ਦੇ ਲਈ ਸੀਟ ਲੈਣੀ ਸੀ, ਕਿਤੇ ਉੱਧਰ ਚੱਲੇ ਸੀ ਟ੍ਰੇਨ 'ਤੇ ਚੜ੍ਹ ਕੇ, ਤੇ ਸੀਟਾਂ 4 ਸਨ। ਸੀਟ ਇੱਕ ਸੀ ਤੇ ਕੈਂਡੀਡੇਟ 4 ਸਨ ਜਿੱਥੇ ਉਹ ਲੈ ਕੇ ਚੱਲੇ ਸੀ ਆਪਣੀ ਧੀ ਨੂੰ। ਘਰ ਵਾਲੀ ਕਹਿਣ ਲੱਗੀ ਉਹਨਾਂ ਦੀ, ਕਹਿੰਦੀ ਵੀ ਉਹਦੇ ਵਿੱਚ ਬੈਠੇ ਬੈਠੇ ਟ੍ਰੇਨ ਵਿੱਚ, ਕਹਿੰਦੀ ਵੀ ਤੁਹਾਨੂੰ ਤਾਂ ਕਿੰਨੀ ਦੁਨੀਆ ਜਾਣਦੀ ਹੈ, ਤੁਸੀਂ ਤੇ ਕਿਸੇ ਨੂੰ ਇੱਕ ਨੂੰ ਵੀ ਕਹਿ ਦਿਓ ਤੁਹਾਡਾ ਕੰਮ ਤੇ ਕਰੇ ਦੇਣਾ ਬੰਦੇ ਨੇ। ਤੁਸੀਂ ਫੋਨ ਕਰ ਦਿਓ, ਕਿਸੇ ਨੂੰ ਕਹਿ ਦਿਓ। ਉਹ ਕਹਿੰਦਾ ਵੀ ਮੈਂ ਤਾਂ ਨਹੀਂ ਕਹਿਣਾ, ਭਗਵਾਨ ਨੇ ਗੁਰੂ ਨਾਨਕ ਕਰੂਗਾ, ਮੈਂ ਤਾਂ ਨਹੀਂ ਫੋਨ ਕਰਨਾ, ਪਰ ਗੁਰੂ ਨਾਨਕ ਫੋਨ ਕਰੂਗਾ। ਉਹ ਅੱਗੋਂ ਗੁੱਸੇ ਹੋ ਕੇ ਕਹਿਣ ਲੱਗੀ, ਕਹਿੰਦੀ ਤੁਹਾਡਾ ਤਾਂ ਬਸ ਗੁਰੂ ਨਾਨਕ ਹੈ ਹਰੇਕ ਕੰਮ 'ਚ। ਉਹ ਕਹਿੰਦੇ ਹਾਂ ਮੇਰਾ ਤਾਂ ਗੁਰੂ ਨਾਨਕ ਹੈ, ਮੈਂ ਤਾਂ ਕਰਨਾ ਨਹੀਂ। ਉਹ ਜੀ ਅੱਗੇ ਜਿੱਥੇ ਪਹੁੰਚਣਾ ਸੀ ਪਹੁੰਚੇ। ਸੰਗਤ ਜੀ ਸੱਚ ਜਾਣਿਓ, ਜਦੋਂ ਪਹੁੰਚੇ ਬੜਾ ਉੱਥੇ ਬੱਚਿਆਂ ਦੀ ਇੰਟਰਵਿਊ ਹੋਈ, ਬੜੀ ਟਫ ਸਿਚੁਏਸ਼ਨ ਸੀ ਉੱਥੇ।
ਪਰ ਹੈਰਾਨੀ ਦੀ ਗੱਲ ਹੈ, ਉੱਥੇ 4 ਬੱਚਿਆਂ 'ਚੋਂ ਇੱਕ ਦੀ ਉਹ ਸ਼ੀਟ ਸੀ ਅਤੇ ਇਹਨਾਂ ਦੀ ਬੱਚੀ ਸਿਲੈਕਟ ਹੋ ਗਈ। ਹਜੇ ਅੱਗੇ ਹੈ ਗੱਲ ਸਮਝਣ ਵਾਲੀ। ਇਹਨਾਂ ਦੀ ਬੱਚੀ ਸਿਲੈਕਟ ਹੋ ਗਈ, ਬੜੀ ਖੁਸ਼ੀ ਹੋਈ। ਉਹਨੂੰ ਦਾਖਲਾ ਦਵਾ ਕੇ ਆ ਗਏ। ਫਿਰ ਥੋੜ੍ਹੇ ਟਾਈਮ ਬਾਅਦ ਕਿਤੇ ਪੇਰੈਂਟਸ ਮੀਟਿੰਗ ਹੁੰਦੀ ਹੈ ਜਾਂ ਕੋਈ, ਉਦੋਂ ਫਿਰ ਇਹ ਦੁਬਾਰਾ ਫਿਰ ਉੱਥੇ ਗਏ ਆਪਣੀ ਬੱਚੀ ਦੇ ਕਾਲਜ ਵਿੱਚ। ਉੱਥੇ ਬੈਠਿਆਂ ਬੈਠਿਆਂ ਇਹਨਾਂ ਨੇ ਪ੍ਰਿੰਸੀਪਲ ਸਾਹਿਬ ਨੂੰ ਪੁੱਛ ਲਿਆ ਕਿਤੇ ਵੀ ਪ੍ਰਿੰਸੀਪਲ ਸਾਹਿਬ ਬੈਠੇ ਸੀ ਜਿੱਦਾਂ, ਵੀ ਮੈਂ ਗੱਲ ਪੁੱਛਣੀ ਚਾਹੁੰਦਾ, ਉਸ ਦਿਨ ਜਿੱਦਣ ਮੇਰੀ ਬੇਟੀ ਤੁਸੀਂ ਸਿਲੈਕਟ ਕੀਤੀ ਹੈ, ਉਸ ਦਿਨ ਮੈਨੂੰ ਵੀ ਪਤਾ ਹੈ ਵੀ ਬੱਚਿਆਂ ਨੇ 4 ਨੇ ਪੂਰਾ ਜ਼ੋਰ ਲਾਇਆ ਸੀ ਔਰ 4 ਨੇ ਬਿਲਕੁਲ ਕਹਿ ਲਓ ਕਿ ਜਵਾਬ ਬੜੇ ਸੋਹਣੇ ਦਿੱਤੇ ਸਨ, ਵਾਜਬ। ਇੰਟਰਵਿਊ 'ਚ ਇਉਂ ਨਹੀਂ ਕਹਿ ਸਕਦੇ ਸੀ ਵੀ ਕਿਹੜੇ ਬੱਚੇ ਨੂੰ ਤੁਸੀਂ ਕੱਢ ਦੋਗੇ। ਪ੍ਰਿੰਸੀਪਲ ਕਹਿੰਦਾ ਵੀ ਹਾਂ ਮੇਰੇ ਯਾਦ ਆ, ਉਹ ਉਦਣ ਦੀ ਗੱਲ ਮੇਰੇ ਵੀ ਯਾਦ ਹੈ। ਪਹਿਲਾਂ ਵੀ ਅਸੀਂ ਅੱਗੇ ਪਿੱਛੇ ਕਰਦੇ ਰਹਿੰਦੇ ਇਹ ਗੱਲਾਂ, ਪਰ ਕਹਿੰਦਾ ਵੀ ਉਦਣ ਵਾਲੀ ਮੇਰੇ ਪੱਕੀ ਯਾਦ ਹੈ। ਕਹਿੰਦੇ ਵੀ ਜੇ ਯਾਦ ਹੈ ਫਿਰ ਮੈਨੂੰ ਦੱਸੋ ਵੀ ਕਿਸ ਆਧਾਰ 'ਤੇ ਤੁਸੀਂ ਮੇਰੀ ਧੀ ਨੂੰ ਰੱਖਿਆ, ਕੀ ਕਾਰਨ ਸੀ, ਕੀ ਸਬੱਬ ਸੀ ਵੀ ਮੇਰੀ ਧੀ ਨੂੰ ਤੁਸੀਂ ਉਹ ਸੀਟ ਲਈ ਕੈਂਡੀਡੇਟ ਚੁਣਿਆ ਔਰ ਮੰਨਿਆ ਵੀ ਹਾਂ ਇਹਨੂੰ ਦੇ ਦੇਣੀ ਚਾਹੀਦੀ ਹੈ। ਉਹ ਕਹਿੰਦਾ ਵੀ ਗੱਲ ਬਿਲਕੁਲ ਤੇਰੀ ਠੀਕ ਹੈ ਸਿੰਘਾ, 3 ਬੱਚਿਆਂ ਨੇ ਬਹੁਤ ਵਧੀਆ ਕੰਮ ਕੀਤਾ, 4 ਨੇ ਬਹੁਤ ਵਧੀਆ ਕੀਤਾ ਸੀ ਔਰ ਅਸੀਂ ਵੀ ਇੱਕ ਟਾਈਮ ਤਾਂ ਛਛੋ ਪੰਜ ਪੈ ਗਏ ਸੀ ਵੀ ਸੀਟ ਦਈਏ ਕਿਹਨੂੰ। ਪਰ ਕਹਿੰਦਾ ਇੱਕ ਚੀਜ਼ ਸੀ ਜਿਹਦੇ ਕਰਕੇ ਤੇਰੀ ਬੇਟੀ ਨੂੰ ਮਿਲਿਆ। ਕਹਿੰਦਾ ਉਹ ਕੀ? ਕਹਿੰਦਾ ਵੀ ਬਾਕੀ 3 ਦੇ ਸਾਨੂੰ ਫੋਨ ਬੜੇ ਆ ਗਏ ਸੀ, ਮਿਨਿਸਟਰਾਂ ਦੇ ਆ ਗਏ ਸੀ, ਲੀਡਰਾਂ ਦੇ ਆ ਗਏ ਸੀ, ਅਫਸਰਾਂ ਦੇ ਆ ਗਏ ਸੀ, 3 ਦੇ ਵੀ ਆਹ ਬੱਚੇ ਨੂੰ ਰੱਖ ਲਓ, ਇਹਨੂੰ ਰੱਖ ਲਓ, ਸਾਡੇ ਨੂੰ ਰੱਖ ਲਓ। ਕਹਿੰਦਾ ਉਦੋਂ ਫੈਸਲਾ ਮੈਂ ਇਹ ਲਿਆ ਵੀ ਇਹਨਾਂ 3 ਦੇ ਤਾਂ ਪਿੱਛੇ ਬੜੇ ਬੰਦੇ ਆਏ, ਇਹਨਾਂ ਨੂੰ ਤਾਂ ਕਿਤੇ ਨਾ ਕਿਤੇ ਦਬਾ ਦੇਣਾ, ਤੁਹਾਡੇ ਵਾਲੀ ਦਾ ਨਹੀਂ ਆਇਆ। ਕਹਿੰਦਾ ਮੈਂ ਕਿਹਾ ਇਹਦੇ ਪਿੱਛੇ ਕੋਈ ਨਹੀਂ ਫੋਨ ਕਰਨ ਵਾਲਾ, ਇਹਨੂੰ ਰੱਖ ਲਓ, ਅਤੇ ਤਾਂ ਕਰਕੇ ਤੁਹਾਡੀ ਬੱਚੀ ਨੂੰ ਸੀਟ ਮਿਲ ਗਈ। ਉਹ ਕਹਿੰਦੇ ਫਿਰ ਮੈਂ ਆਖਿਆ ਫੋਨ ਸਾਡਾ ਵੀ ਆ ਗਿਆ ਸੀ, ਬਾਬੇ ਨਾਨਕ ਨੇ ਕੀਤਾ ਸੀ, ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ। ਪਰ ਉਹ ਗੁਪਤ ਫੋਨ ਕਰਦਾ ਕਈ ਵਾਰੀ। ਤੁਸੀਂ ਯਕੀਨ ਰੱਖਦੇ ਹੋ ਵੀ ਕੋਈ ਕੰਨ ਨੂੰ ਲਾ ਕੇ ਟੈਲੀਫੋਨ 'ਤੇ ਆਖੇ ਵੀ ਲੈ ਬਈ ਆ ਸਾਡੇ ਵਾਲੇ ਨਿਆਣੇ ਨੂੰ ਪਾਸ ਕਰ ਦੇ, ਇਹਦੇ ਵੱਧ ਨੰਬਰ ਲਾ ਦੇ। ਉਹ ਐਂ ਨਹੀਂ ਪਤਾ ਉਹ ਬਾਬਾ ਨਾਨਕ ਫੋਨ ਕਰਕੇ ਕਹੇ ਇਹਦੇ ਘੱਟ ਹੀ ਲਾਈ, ਉਹਨੂੰ ਪਤਾ ਇਹਨੂੰ ਘੱਟ ਨੰਬਰ ਦੇ ਕੇ ਉਹਨੇ ਕਿੱਥੇ ਪਹੁੰਚਦੇ ਕਰਨਾ। ਉਹਨੂੰ ਪਤਾ ਉਹਨੇ ਇਹਨੂੰ ਇੱਧਰੋਂ ਰੋਕ ਕੇ ਕਿੱਧਰ ਲਾਉਣਾ, ਕਿੱਧਰ ਨੂੰ ਭੇਜਣਾ। ਇੱਕ ਛੋਟੀ ਜਿਹੀ ਘਟਨਾ ਜ਼ਿੰਦਗੀ ਦੇ ਬਹੁਤ ਵੱਡੇ ਵੱਡੇ ਨਤੀਜੇ ਬਦਲ ਦਿੰਦੀ ਹੈ। ਜੀਵਨ ਵਿੱਚ ਕੋਈ ਮੂਮੈਂਟ ਹੁੰਦੀ ਹੈ ਨਾ ਜਦੋਂ ਵੀ ਕਿਤੇ, ਜੇ ਸਮਰਪਿਤ ਹੋਈਏ ਉਸ ਨੂੰ, ਫਿਰ ਉਹ ਚੀਜ਼ਾਂ ਸਮਝ ਆਉਂਦੀਆਂ, ਨਹੀਂ ਤਾਂ ਸਮਝ ਨਹੀਂ ਆਉਂਦੀਆਂ। ਨਹੀਂ ਮਾਰੀ ਚਲੋ ਟੱਕਰਾਂ। ਅਤੇ 50 ਬੰਦਿਆਂ ਦੇ ਉਹ ਵੀ ਫੋਨ ਕਰਾ ਸਕਦਾ ਸੀ, ਅਤੇ ਫਿਰ ਉਹ ਜਿੱਥੇ 3 ਜਣਿਆਂ ਵਾਸਤੇ ਉਹ ਛਛੋ ਪੰਜ ਸੀ, 4 ਜਣਿਆਂ ਵਾਸਤੇ ਰਹਿੰਦੇ, ਫਿਰ ਕਿਸੇ ਹੋਰ ਦਾ ਨੰਬਰ ਆਉਣਾ ਸੀ ਜਿਹਦੀ ਵੱਧ ਸਿਫਾਰਿਸ਼ ਹੋਣੀ ਸੀ। ਕਹਿੰਦਾ ਮੈਂ ਤਾਂ ਕਰਕੇ ਇਹਨੂੰ ਆਖਿਆ ਵੀ ਇਹਦਾ ਨਹੀਂ ਆਇਆ, ਇਹਦੀ ਪਤਾ ਨਹੀਂ ਕਿਤੇ ਹੋਏਗੀ ਕਿ ਨਹੀਂ, ਇਹਦਾ ਇੱਕ ਵੀ ਨਹੀਂ ਆਇਆ, ਹੈਗੀ ਇਹ ਵੀ ਇੰਟੈਲੀਜੈਂਟ ਹੈ, ਫਿਰ ਇਹਨੂੰ ਇਹ ਦੇ ਦਿਓ ਸੀਟ। ਕਿਉਂ ਭਾਈ? ਗੁਰੂ ਸਾਹਿਬ ਕਹਿੰਦੇ ਉਸ ਤੇ ਬਾਹਰ ਕਛੂ ਨਾ ਹੋਗ, ਉਹ ਤੋਂ ਬਾਹਰ ਕੁਛ ਵੀ ਨਹੀਂ ਹੈ। ਕਿਸੇ ਦੀ ਤਾਕਤ ਨਹੀਂ, ਸਮਰੱਥਾ ਨਹੀਂ ਕਿ ਕੋਈ ਉਹ ਤੋਂ ਬਾਹਰ ਚੱਲ ਜਾਵੇ। ਇਉਂ ਸਮਝਾਉਂਦੇ ਨੇ। ਇਸ ਲਈ ਤਿਸ ਕੀ ਸ਼ਰਨ ਨਾ ਹੀ ਪਾਓ ਸੋਗ, ਉਹਦੀ ਸ਼ਰਨ ਵਿੱਚ ਰਹੀਏ, ਨਾ ਡਰ ਨਾ ਚਿੰਤਾ, ਉਹਦੇ ਬਣ ਕੇ ਰਹੀਏ, ਡਰੇ ਨਹੀਂ ਅਤੇ ਸੋਗ ਹੈ ਨਹੀਂ, ਚਿੰਤਾ ਹੈ ਨਹੀਂ, ਨਿਸ਼ਚਿੰਤ ਰਹੀਦਾ, ਬੁਰਾ ਕੰਮ ਨਹੀਂ ਕਰੀਦਾ, ਗਲਤੀ ਕਰੀਦੀ ਨਹੀਂ, ਪਾਪ ਕਰੀਦਾ ਨਹੀਂ, ਗੁਨਾਹ ਕਰੀਦਾ ਨਹੀਂ, ਅਤੇ ਫਿਰ ਚਿੰਤਾ ਵੀ ਕਾਸੇ ਦੀ ਨਹੀਂ। ਕਿਉਂਕਿ ਉਸ ਤੋਂ ਬਾਹਰ ਜੇ ਫਿਰ ਵੀ ਸਮਝੋ ਬੁਰਾਈ ਕਰਨੀ ਨਹੀਂ, ਗੁਨਾਹ ਕਰਨਾ ਨਹੀਂ, ਭੈੜਾ ਬੋਲਣਾ ਨਹੀਂ, ਪਰ ਉਸ ਤੋਂ ਬਾਅਦ ਵੀ ਕੋਈ ਦੁੱਖ ਆ ਗਿਆ, ਫਿਰ ਵੀ ਕੋਈ ਨਾ ਕੋਈ ਇਸ ਤਰ੍ਹਾਂ ਦਾ ਸਬੱਬ ਬਣ ਗਿਆ,
ਕਹਿੰਦੇ ਫਿਰ ਸੋਚੀਦਾ ਵੀ ਇਹ ਉਹਦੇ ਹੁਕਮ ਵਿੱਚ ਹੈ ਹੁਣ, ਕਿਉਂਕਿ ਉਹ ਤੋਂ ਬਾਹਰ ਤੇ ਹੈ ਨਹੀਂ ਕੁਛ। ਫਿਰ ਉਹਦੇ ਹੁਕਮ ਨੂੰ ਸੱਤ ਕਰਕੇ ਮੰਨੀਦਾ। ਕੋਈ ਜੀਵ ਘਰੋਂ ਚਲਾ ਗਿਆ, ਕੋਈ ਚੜ੍ਹਾਈ ਕਰ ਗਿਆ, ਕੋਈ ਕੁਛ ਹੋ ਗਿਆ, ਜਾਂਦੇ ਹੀ ਹੈ ਜੀਵ। ਫਿਰ ਇਹ ਸੋਚ ਕੇ ਗੁਰਸਿੱਖ ਬਹੁਤ ਵੱਡੇ ਆਪਣੇ ਦਿਲ ਨੂੰ, ਜਿਵੇਂ ਨਾ ਦਰਖਤ ਆਪਣਾ ਛੱਤ ਨੂੰ ਥੰਮ ਲੈਂਦੀ ਹੈ, ਸ਼ਤੀਰ ਲਾ ਦਈਦਾ, ਇਉਂ ਫਿਰ ਗੁਰੂ ਦਾ ਸ਼ਬਦ ਮਨ ਨੂੰ ਰੋਕ ਦਿੰਦਾ। ਡੋਲਦੇ ਮਨ ਨੂੰ, ਬਾਣੀ 'ਚ ਲਿਖਿਆ ਨਹੀਂ, ਜਿਉਂ ਮੰਦਰ ਕੋ ਥੰਮ ਹੈ ਥੰਮਨ, ਤਿਉਂ ਗੁਰ ਕਾ ਸ਼ਬਦ ਮਨੈ ਸਥੰਭਨ। ਜਿਵੇਂ ਮੰਦਰ ਨੂੰ, ਘਰ ਨੂੰ ਸ਼ਤੀਰ ਦਾ ਆਸਰਾ ਹੁੰਦਾ ਹੈ, ਇਸੇ ਪ੍ਰਕਾਰ ਗੁਰੂ ਦੇ ਸ਼ਬਦ ਦਾ ਆਸਰਾ ਡੋਲਦੇ ਮਨ ਨੂੰ ਹੁੰਦਾ ਪਿਆਰਿਓ। ਇਸ ਲਈ ਤਜੀ ਸਿਆਣਪ ਬਲ ਬੁੱਧ ਵਿਕਾਰ। ਤਜੀ ਸਿਆਣਪ, ਮਹਾਰਾਜ ਕਹਿੰਦੇ ਅਸੀਂ ਤਾਂ ਭਾਈ ਸਿਆਣਪ ਹੁਣ ਛੱਡ ਦਿੱਤੀ ਹੈ, ਆਪਣੀ ਸਿਆਣਪ ਜੀ ਵਰਤਣੀ ਨਾ, ਅਕਲ ਵਰਤਣੀ ਛੱਡ ਦਿੱਤੀ। ਕਿਉਂਕਿ ਨਰ ਚਾਹਤ ਕਛ ਔਰ ਹੈ ਕੀ, ਔਰ ਹੈ ਭਈ ਬੰਦਾ ਤੇ ਸਿਆਣਪਾਂ ਬੜੀਆਂ ਲਾਉਂਦਾ, ਪਰ ਬੰਦੇ ਦੀ ਕਿੰਨੀ ਕੁ ਪਹੁੰਚਦੀ ਹੈ। ਜਿਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਦੇ ਉੱਤੇ ਚੜ੍ਹ ਕੇ ਸੁਲਹੀ ਖਾਨ ਆਇਆ ਜੀ, ਸੁਲਹੀ ਖਾਨ, ਪ੍ਰਿਥੀ ਚੰਦ ਨੇ ਗੁਰੂ ਅਰਜਨ ਦੇਵ ਦੇ ਖਿਲਾਫ ਉਹਨੂੰ ਲਿਆਂਦਾ ਚਾੜ ਕੇ। ਸਿੱਖ ਮਹਾਰਾਜ ਨੂੰ ਕਹਿਣ ਲੱਗੇ, ਮਹਾਰਾਜ ਕੀ ਕਰੀਏ, ਕੋਈ ਉਪਾਅ ਕਰੀਏ, ਕੋਈ 2 ਬੰਦੇ ਭੇਜ ਦਈਏ ਉਹਦੇ ਕੋਲ, ਕੋਈ ਚਿੱਠੀ ਲਿਖ ਕੇ ਭੇਜ ਦਈਏ, ਕੋਈ ਉਪਾਅ ਕਰੀਏ, ਕੀ ਕਰੀਏ, ਕੋਈ ਤਾਂ ਹੱਲ ਕਰੀਏ। ਮਹਾਰਾਜ ਸਾਹਿਬ ਕਹਿਣ ਲੱਗੇ, ਕਹਿੰਦੇ ਭਾਈ ਕੋਈ ਨਾ ਫਿਕਰ ਨਾ ਕਰੋ, ਪਰ ਕਰੂਗਾ ਤਾਂ ਹੁਣ ਪਰਮਾਤਮਾ ਕਰੂਗਾ, ਹੁਣ ਆਪਣੇ ਹੀਲੇ ਵਸੀਲੇ ਇੱਥੇ ਚੱਲਣੇ ਨਹੀਂ। ਤੇ ਸ਼ਬਦ ਬਾਣੀ ਚਾਹੁੰਦਾ ਹੈ, ਸੁਲਹੀ ਤੇ ਨਾਰਾਇਣ ਰਾਖ। ਸੁਲਹੀ ਕਾ ਹਾਥ ਕਛੂ ਨਾ ਪਹੁੰਚਿਆ, ਸੁਲਹੀ ਹੋਏ ਮੂਆ ਨਾ ਪਾਕ। ਪਰਮੇਸ਼ਰ ਰੱਖੂਗਾ ਬਈ, ਫਿਕਰ ਨਾ ਕਰੋ, ਵਾਹਿਗੁਰੂ ਰੱਖੂ। ਸੁਲਹੀ ਕਹਿੰਦੇ ਫਿਰ ਕੀ ਕਰੀਏ ਜੀ, ਇਕੱਠੇ ਹੋ ਕੇ ਪ੍ਰਭੂ ਅੱਗੇ ਅਰਦਾਸ ਕਰੋ ਬਈ, ਹੈ ਪ੍ਰਭੂ, ਹੈ ਪਰਮਾਤਮਾ, ਹੈ ਵਾਹਿਗੁਰੂ, ਇਹ ਸੁਲਹੀ ਖਾਨ ਬੇਵਜ੍ਹਾ ਤੇਰੇ ਪਿਆਰਿਆਂ ਨੂੰ ਤੰਗ ਕਰਦਾ ਹੈ, ਬਾਣੀ ਪੜ੍ਹਨ ਵਾਲਿਆਂ ਨੂੰ, ਹੁਣ ਤੂੰ ਹੀ ਰੱਖਿਆ ਕਰੀ। ਤੇ ਸੁਲਹੀ ਆਉਣ ਤੋਂ ਪਹਿਲਾਂ ਪ੍ਰਿਥੀ ਚੰਦ ਨੂੰ ਮਿਲਣ ਗਿਆ ਹੇਹਰ ਪਿੰਡ। ਉਹਨੇ ਪੱਠੇ ਲਾਏ ਹੋਏ ਸਨ ਇੱਟਾਂ ਦੇ, ਆਵੇ ਜਿਹਨੂੰ ਕਹਿ ਦਿੰਦੇ ਹਾਂ, ਵੱਡਾ ਜਾਵਾ ਲਾਇਆ ਹੋਇਆ ਸੀ, ਅੱਗ ਬਲਦੀ ਸੀ। ਉਹ ਘੋੜੇ 'ਤੇ ਚੜ੍ਹਿਆ, ਉਹ ਕਹਿਣ ਲੱਗਾ, ਪ੍ਰਿਥੀ ਚੰਦ ਆਵੇ ਲਾਏ ਆ ਜੀ, ਮੈਂ ਦੇਖੋ ਤਾਂ ਜਰਾ ਕੋ। ਇਹ ਘੋੜੇ ਸਮੇਤ ਉੱਤੇ ਚਾੜਨ ਲੱਗਿਆ ਆਵੇ ਦੇ, ਟੇਢਾ ਜਿਹਾ ਸੀ, ਜਿਵੇਂ ਪਟੜੀ ਹੁੰਦੀ ਆ ਨਾ ਉਹਦੀ, ਨਹਿਰ ਦੀ ਜਾਂ ਭਾਖੜਾ ਦੀ, ਉਹ ਸਾਈਡ ਤੋਂ ਟੇਢੀ ਜਿਹੀ ਹੁੰਦੀ ਨਾ, ਉੱਤੇ ਜਾ ਕੇ ਬੈਲੈਂਸ ਬਣ ਜਾਂਦਾ। ਅਤੇ ਉਹਨੂੰ ਇਹ ਸੀ ਜਿਵੇਂ ਘੋੜੇ ਨੂੰ ਚਾੜ੍ਹ ਕੇ ਉੱਤੇ ਜਾ ਕੇ ਬੈਲੈਂਸ ਬਣਾ ਲਾਂਗਾ। ਇਹਨੇ ਘੋੜਾ ਤਹਾਂ ਚਾੜ੍ਹਿਆ, ਘੋੜਾ ਤਰਬਕ ਗਿਆ, ਘੋੜਾ ਕਿਤੇ ਉਹਦਾ ਪੈਰ ਹਿੱਲ ਗਿਆ, ਡਰ ਗਿਆ, ਅਤੇ ਘੋੜੇ ਸਮੇਤ ਜਾ ਕੇ ਡਿੱਗਿਆ ਆਵੇ ਦੇ ਵਿੱਚ। ਡਿੱਗਦੇ ਦੀ ਜਾਣੀ ਕਹਿ ਲਓ ਖਿੱਲ ਬਣ ਗਈ, ਮਰ ਗਿਆ। ਮਹਾਰਾਜ ਕਹਿੰਦੇ ਨਾਪਾਕ ਹੋ ਕੇ ਮਰਿਆ। ਮੁਸਲਮਾਨ ਲੋਕ ਇਹ ਗੱਲ ਚੰਗੀ ਨਹੀਂ ਸਮਝਦੇ ਕਿ ਕੋਈ ਸਾਡਾ ਬੰਦਾ, ਮੁਸਲਮਾਨ ਬੰਦਾ, ਉਹਨੂੰ ਸਾੜਿਆ ਜਾਵੇ। ਉਹ ਕਹਿੰਦੇ ਨਾਪਾਕ ਹੋ ਗਿਆ। ਕਹਿੰਦੇ ਜਿਹੜੇ ਬੰਦੇ ਨੂੰ ਸਾੜਿਆ ਜਾਂਦਾ ਨਾ, ਉਹਨਾਂ ਦਾ ਮੰਨਣਾ ਇਹ। ਗੁਰਬਾਣੀ ਤੇ ਨਹੀਂ ਇਸ ਚੀਜ਼ ਨੂੰ ਕਹਿੰਦੀ ਕਿ ਇਹ ਮਾੜੀ ਗੱਲ ਹੈ। ਉਹ ਕਹਿੰਦੇ ਜਿਹੜੇ ਬੰਦੇ ਨੂੰ ਸਾੜ ਦਿੱਤਾ ਜਾਂਦਾ, ਰੋਜ਼ੇ ਕਿਆਮਤ ਤੱਕ, ਆਖਿਰਤ ਦੇ ਦਿਨ ਤੱਕ ਉਹਦੀ ਰੂਹ ਸੜਦੀ ਰਹਿੰਦੀ ਹੈ, ਕਹਿੰਦੇ ਉਹਨਾਂ ਦਾ ਮੰਨਣਾ ਹੈ। ਅਤੇ ਦੂਜਾ ਉਹਨਾਂ ਦਾ ਇਹ ਵੀ ਵਿਚਾਰ ਹੈ, ਜਦੋਂ ਅਸੀਂ ਕਿਸੇ ਬੰਦੇ ਨੂੰ ਕਬਰ 'ਚ ਪਾ ਦਿੰਦੇ ਹਾਂ, ਕਹਿੰਦੇ ਰੋਜ਼ੇ ਕਿਆਮਤ ਜਾਣੀ ਅੰਤਲਾ ਦਿਨ, ਉਹਨਾਂ ਦੀ ਇਹ ਇੱਕ ਉਹਦਾ ਮੰਨਣ ਦੀ ਇੱਕ ਉਹਨਾਂ ਦਾ ਇੱਕ ਨਜ਼ਰੀਆ, ਤਰੀਕਾ ਹੈ ਕਿ ਇੱਕ ਦਿਨ ਆਏਗਾ ਜਿਸ ਦਿਨ ਸਾਰੇ ਮੁਰਦਿਆਂ ਨੂੰ ਪਰਮਾਤਮਾ ਫਿਰ ਜਿੰਦਾ ਕਰ ਲਏਗਾ, ਖੜੇ ਕਰ ਲਏਗਾ ਕਬਰਾਂ 'ਚੋਂ। ਅਤੇ ਉਨੇ ਦਿਨ ਤੱਕ ਉਹ ਬੰਦੇ ਕਬਰਾਂ 'ਚ ਸੁੱਤੇ ਰਹਿਣਗੇ। ਕਬਰਾਂ 'ਚ, ਕਬਰ ਬੰਦੇ ਦਾ ਘਰ ਹੈ, ਉਹ ਕਹਿੰਦੇ।
ਇਸ ਲਈ ਉਹ ਕਹਿੰਦੇ ਆ ਵੀ ਬੰਦੇ ਨੂੰ ਸਾੜੋ ਨਾ ਸੜਦੇ। ਇਸ ਕਰਕੇ ਔਰ ਉਹਨਾਂ ਦੇ ਧਰਮ ਅਨੁਸਾਰ ਕਿਸੇ ਨੂੰ ਸਾੜ ਦੇਣਾ ਇਹ ਨਾਪਾਕ ਅਪਵਿੱਤਰ ਮੰਨਿਆ ਜਾਂਦਾ ਹੈ। ਤੇ ਗੁਰੂ ਮਹਾਰਾਜ ਕਹਿੰਦੇ ਸੁਲਹੀ ਦਾ ਹੱਥ ਨਹੀਂ ਪਹੁੰਚਿਆ ਤੇ ਅੰਤ ਮਰਿਆ ਵੀ ਆਪਣੇ ਧਰਮ ਤੋਂ ਬੇਧਰਮਾ ਹੋ ਕੇ ਤੇ ਨਾਪਾਕ ਹੋ ਕੇ ਮਰਿਆ। ਕਿਹਨੇ ਰੱਖਿਆ ਕੀਤੀ? ਪਰਮੇਸ਼ਰ ਨੇ। ਇਸ ਕਰਕੇ ਕਹਿੰਦੇ ਤਜੀ ਸਿਆਣਪ ਬਲ ਬੁੱਧ ਵਿਕਾਰ। ਤਜੀ ਸਿਆਣਪ, ਬਈ ਅਸੀਂ ਤਾਂ ਆਪਣੀ ਸਿਆਣਪ ਛੱਡ ਦਿੱਤੀ, ਆਪਣੀ ਅਕਲ ਦੇ ਘੋੜੇ ਦੌੜਾਉਣੇ ਛੱਡ ਦਿੱਤੇ ਕਿ ਮੈਂ ਬੜਾ ਸਿਆਣਾ, ਮੈਂ ਸਮਝਦਾਰ ਹਾਂ, ਮੈਨੂੰ ਅਕਲ ਬੜੀ ਆ। ਨਾ ਬਈ, ਮੇਰੀ ਅਕਲ ਮੈਨੂੰ ਕਿਤੇ ਨਾ ਕਿਤੇ ਸੁੱਟਦੀ ਹੈ, ਮੇਰੀ ਅਕਲ ਮੈਨੂੰ ਕਿਤੇ ਨਾ ਕਿਤੇ ਪਿੱਛੇ ਹੀ ਲੈ ਕੇ ਜਾਂਦੀ ਹੈ। ਇਸ ਲਈ ਸੱਚੇ ਪਾਤਸ਼ਾਹ ਕਹਿੰਦੇ ਮੈਂ ਤਜੀ ਸਿਆਣਪ। ਸਿਆਣਪਾਂ ਗੁਰੂ ਅੱਗੇ ਕਾਹਦੀਆਂ ਸਿਆਣਪਾਂ ਜੀ? ਇੱਥੇ ਤਾਂ ਬੱਚੇ ਬਣ ਜਾਈਏ, ਸਾਰੀ ਜ਼ਿੰਦਗੀ ਆਪਣੇ ਗੁਰੂ ਦੇ ਸੇਵਕ ਸਿੱਖ ਬਣ ਕੇ ਰਹੀਏ ਜੀ। ਇੱਥੇ ਨਹੀਂ ਕੋਈ ਵੀ ਮੈਨੂੰ ਕਿਸੇ ਚੀਜ਼ ਦੀ ਸਮਝ ਆ ਜਾਂ ਮੈਨੂੰ ਕਿਸੇ ਚੀਜ਼ ਦੀ ਅਕਲ ਹੈ ਜਾਂ ਮੇਰੀ ਸਿਆਣਪ ਵੱਡੀ ਹੈ। ਨਾ ਬਈ, ਸਿਆਣੇ ਬੰਦੇ ਪਿੱਛੇ ਹੀ ਰਹਿ ਜਾਂਦੇ। ਦਾਨੇ ਗੁਰੂ ਸਾਹਿਬ ਦੀਆਂ, ਗੁਰੂ ਅਮਰਦਾਸ ਜੀ ਦੀਆਂ 2 ਧੀਆਂ ਸਨ। ਇੱਕ ਦਾ ਨਾਂ ਸੀ ਭਾਨੀ ਤੇ ਇੱਕ ਦਾ ਨਾਂ ਸੀ ਦਾਨੀ। ਦਾਨਾ ਕਹਿੰਦੇ ਆ ਸਿਆਣੇ ਨੂੰ, ਫਾਰਸੀ ਵਿੱਚ ਦਾਨਾ, ਤੇ ਦਾਨੀ ਸੀ ਉਹ। ਇੱਕ ਸੀ ਭਾਨੀ, ਭਾਨੀ ਸੀ ਭਾਣੇ 'ਚ ਰਹਿਣ ਵਾਲੀ। ਤੇ ਬਖਸ਼ਿਸ਼ ਕੌਣ ਲੈ ਗਈ ਬਈ? ਭਾਨੀ ਲੈ ਗਈ ਨਾ, ਦਾਨੀ ਨਹੀਂ ਲੈ ਕੇ ਗਈ। ਦਾਨੇ ਸਿਆਣੇ, ਸਿਆਣਪ ਅਕਲ ਕੰਮ ਦਿੰਦੀ ਹੈ ਦੁਨੀਆ 'ਚ, ਚਤੁਰਾਈਆਂ। ਪਰ ਗੁਰੂ ਦੇ ਘਰ ਅਕਲ ਚਤੁਰਾਈ ਨਹੀਂ, ਇੱਥੇ ਪ੍ਰੇਮ ਸ਼ਰਧਾ, ਇੱਥੇ ਗੁਰੂ ਦੇ ਘਰ ਯਕੀਨ, ਇੱਥੇ ਗੁਰੂ ਦੇ ਘਰ ਸਾਧ ਸੰਗਤ ਜੀ ਭੋਲਾਪਨ ਕੰਮ ਆਉਂਦਾ। ਜਿੰਨੇ ਇੱਥੇ ਗੁਰੂ ਦੇ ਦਰ 'ਤੇ ਭੋਲੇ ਬਣ ਕੇ ਰਹੀਏ, ਇੱਥੇ ਨਹੀਂ ਸਿਆਣਪ ਚੱਲਦੀ। ਇੱਕ ਦਿਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਕਿਉਂਕਿ ਗੁਰੂ ਦੇ ਬਾਰੇ ਤੁਸੀਂ ਅੰਦਾਜ਼ਾ, ਸਿਆਣਪ ਉਹ ਹੁੰਦੀ ਹੈ ਵੀ ਅੰਦਾਜ਼ਾ ਲਾ ਲੈਣਾ ਕਿਸੇ ਦਾ। ਜਿੰਨਾ ਕਿਸੇ ਚੀਜ਼ ਦਾ ਤੁਸੀਂ ਸਹੀ ਅੰਦਾਜ਼ਾ ਲਾਓਗੇ ਉਹਨਾਂ ਤੁਹਾਨੂੰ ਸਿਆਣਾ ਸਮਝ ਲਿਆ ਜਾਏਗਾ। ਪਰ ਹੁਣ ਗੁਰੂ ਦਾ ਕੀ ਅੰਦਾਜ਼ਾ ਲਾ ਲਓਗੇ ਤੁਸੀਂ? ਜਿਨ੍ਹਾਂ ਨੇ ਗੁਰੂ ਦਾ ਅੰਦਾਜ਼ਾ ਲਾਇਆ ਫੇਲ ਹੋ ਗਏ। ਇੱਕ ਦਿਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਸਾਰੇ ਪਰਿਵਾਰ ਦੇ ਜੀਆਂ ਨੂੰ ਪਤਾ ਲੱਗਾ ਕਿ ਭਾਈ ਲਹਿਣੇ ਤੇ ਬਖਸ਼ਿਸ਼ ਹੋਣੀ ਹੈ ਗੁਰੂ ਗੱਦੀ ਦੀ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪੁੱਤਰ ਸਨ 2, ਬਾਬਾ ਸ਼੍ਰੀ ਚੰਦ ਜੀ ਤੇ ਦੂਜੇ ਸਨ ਬਾਬਾ ਲਖਮੀ ਦਾਸ ਜੀ, ਬੜੀ ਵੱਡੀ ਕਮਾਈ ਵਾਲੇ ਸਨ। ਪਰ ਇਹਨਾਂ ਦੀ ਮਾਤਾ ਜਣੀ ਗੁਰੂ ਨਾਨਕ ਦੇਵ ਦੇ ਮਹਿਲ, ਸਾਡੇ ਮਾਤਾ ਸੁਲੱਖਣੀ ਸੀ। ਗੁਰੂ ਨਾਨਕ ਦੇਵ ਜੀ ਦੇ ਧਰਮ ਪਤਨੀ ਸਾਡੇ ਮਾਤਾ ਜੀ ਦਾ ਨਾਮ ਮਾਤਾ ਸੁਲੱਖਣੀ ਸੀ। ਮਾਤਾ ਸੁਲੱਖਣੀ ਜੀ ਨੇ ਆਖਿਆ ਗੁਰੂ ਪਾਤਸ਼ਾਹ ਜੀ ਨੂੰ, ਗੁਰੂ ਨਾਨਕ ਦੇਵ ਜੀ ਨੂੰ, ਕਹਿਣ ਲੱਗੇ, ਕਹਿੰਦੇ ਤੁਸੀਂ, ਮੈਨੂੰ ਪਤਾ ਹੈ ਵੀ ਲੈਣੇ ਤੇ ਬਖਸ਼ਿਸ਼ ਕਰਨੀ ਹੈ, ਪਰ ਮੇਰੇ ਬੱਚਿਆਂ ਨੂੰ ਵੀ ਮੌਕਾ ਤਾਂ ਦਿਓ, ਇੱਕ ਵਾਰ ਪਰਖ ਤੇ ਕਰ ਲਓ। ਮਹਾਰਾਜ ਕਹਿੰਦੇ ਸੁਲੱਖਣੀਏ ਕਈ ਵਾਰ ਪਰਖ ਕੀਤੀ ਹੈ, ਬਾਕੀ ਰਹੀ ਗੱਲ ਇਹ ਕੰਮ ਪਰਖਾਂ ਦਾ ਨਹੀਂ ਹੈ, ਸਿਆਣਪ ਅਕਲ ਦਾ ਨਹੀਂ। ਉਹ ਕਹਿੰਦੀ ਮੇਰੇ ਪੁੱਤ ਬੜੇ ਸਿਆਣੇ ਹੈ, ਬੜੇ ਸਮਝਦਾਰ ਹੈ। ਮਹਾਰਾਜ ਕਹਿੰਦੇ ਹਾਂ ਹੋਣਗੇ, ਇਸ ਗੱਲ 'ਚ ਕੋਈ ਸ਼ੱਕ ਨਹੀਂ। ਪਰ ਇਹ ਬਖਸ਼ਿਸ਼ ਗੁਰਮੁਖ ਮਿਲੀ ਆ, ਦਾਦ ਇਲਾਹੀ, ਇਹ ਰੱਬੀ ਬਖਸ਼ਿਸ਼ ਹੈ, ਇਹ ਪ੍ਰਭੂ ਦੇ ਹੁਕਮ ਨਾਲੇ ਮਿਲਦੀ ਹੈ ਇਹ। ਤੇ ਇੱਥੇ ਸਿਆਣਪ ਕੰਮ ਵੀ ਨਹੀਂ ਆਉਂਦੀ। ਕਹਿੰਦੀ ਨਹੀਂ ਪਰਖ ਤੇ ਕਰ ਲਓ, ਇੱਕ ਵਾਰ ਮੇਰੇ ਕਹੇ ਤੇ ਕਰ ਲਓ। ਮਹਾਰਾਜ ਕਹਿੰਦੇ ਕੋਈ ਨਾ, ਤੂੰ ਜ਼ਿੰਦਗੀ ਭਰ ਸਾਡਾ ਬਹੁਤ ਸਾਥ ਦਿੱਤਾ ਹੈ, ਐਸੇ ਵੇਲੇ ਵੀ ਆਏ ਜਦੋਂ ਬੜਾ ਔਖਾ ਸੀ, ਪਰ ਤੂੰ ਸਾਥ ਨਹੀਂ ਛੱਡਿਆ। ਮੈਂ ਤੇਰੀ ਗੱਲ ਮੰਨਦਾ, ਚੰਗਾ ਤੂੰ ਫਿਰ ਕੱਲ੍ਹ ਨੂੰ ਫਿਰ ਨਾ ਆਖਣਾ ਕੋਈ, ਤੇਰੇ ਰਿਸ਼ਤੇਦਾਰ ਵੀ ਬੁਲਾ ਲੈ, ਉਹਨਾਂ ਦੇ ਸਾਹਮਣੇ ਪਰਖ ਕਰ ਲਾਂਗੇ। ਮਾਤਾ ਜੀ ਨੇ ਆਪਣੇ ਜਿਹੜੇ ਸਨ ਬੁਲਾ ਲਏ ਸਾਰੇ ਇੱਧਰ ਉੱਧਰ ਦੇ। ਗੁਰੂ ਨਾਨਕ ਦੇਵ ਜੀ ਦੇ ਮਾਮਾ ਜੀ ਦਾ ਨਾਂ ਸੀ ਕਿਸ਼ਨ ਜੀ, ਮਾਮਾ ਜੀ ਵੀ ਸਨ, ਤੇ ਹੋਰ ਵੀ ਸਨ ਕਈ ਇੱਧਰ ਉੱਧਰ ਦੇ ਪਿਆਰੇ, ਸਾਰੇ ਬੁਲਾ ਬਲੂ ਲਏ। ਉੱਥੇ ਭਰੀ ਸਭਾ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਪਰਖ ਕਰਨ ਲਈ ਇੱਦਾਂ ਹੱਥ ਖੋਲ੍ਹ ਕੇ ਨਾ
ਉਸ ਟਾਈਮ ਦਾ ਹੁਣ ਇਹ ਇਸ਼ੂ ਨਾ ਬਣਾ ਲਿਓ ਵੀ ਧੇਲਾ ਚੱਲਦਾ ਸੀ ਕਿ ਪੈਸਾ ਚੱਲਦਾ ਸੀ ਕਿ ਰੁਪਈਆ ਚੱਲਦਾ ਸੀ। ਉਸ ਸਮੇਂ ਦਾ ਜੋ ਵੀ ਚੱਲਦਾ ਸੀ ਸਿੱਕਾ ਪੈਸਾ ਸਮਝੋ। ਮਹਾਰਾਜ ਨੇ ਇੱਦਾਂ ਇੱਕ ਪੈਸਾ ਆਪਣੇ ਹਥੇਲੀ 'ਤੇ ਰੱਖ ਲਿਆ, ਇੱਦਾਂ ਰੱਖ ਕੇ ਤੇ ਫਿਰ ਮੁੱਠੀ ਮੀਚ ਲਈ ਗੁਰੂ ਨਾਨਕ ਦੇਵ ਜੀ ਨੇ ਸਭ ਦੇ ਸਾਹਮਣੇ। ਤੇ ਮੁੱਠੀ ਮੀਚ ਕੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਲਓ ਬਈ, ਆਪਣੇ ਪੁੱਤ ਸ਼੍ਰੀ ਚੰਦ ਵੱਲ ਮਹਾਰਾਜ ਨੇ ਕਰ ਦਿੱਤੀ। ਕਹਿੰਦੇ ਲੈ ਬੇਟਾ ਸ਼੍ਰੀ ਚੰਦ ਦੱਸ ਮੇਰੀ ਮੁੱਠੀ ਵਿੱਚ ਕੀ। ਹੁਣ ਸ਼੍ਰੀ ਚੰਦ ਜੀ ਕਹਿਣ ਲੱਗੇ ਲਓ ਪਿਤਾ ਜੀ ਕਾਹਦੀ ਪਰਖ ਹੋਈ, ਇਹ ਕੋਈ ਪਰਖ ਥੋੜ੍ਹਾ, ਤਾਂ ਸਾਹਮਣੇ ਤਾਂ ਤੁਸੀਂ ਸਾਡੇ ਰੱਖੀ ਹੈ ਚੀਜ਼। ਫਿਰ ਵੀ ਮਹਾਰਾਜ ਕਹਿੰਦੇ ਨਹੀਂ ਕੋਈ ਨਾ ਚੱਲ ਦੱਸ ਦੇ। ਕਹਿੰਦਾ ਜੀ ਇਹਦੇ 'ਚ ਇੱਕ ਪੈਸਾ ਹੈ, ਹੋਰ ਕੀ ਹੈ। ਮਹਾਰਾਜ ਕਹਿੰਦੇ ਠੀਕ ਹੈ ਗੱਲ ਤੇਰੀ। ਫਿਰ ਆਪਣੇ ਦੂਜੇ ਪੁੱਤ ਵੱਲ ਕੀਤੀ, ਲਖਮੀ ਦਾਸ ਜੀ ਵੱਲ। ਕਹਿੰਦੇ ਬੇਟਾ ਇਹਦੇ 'ਚ ਕੀ ਹੈ ਮੇਰੇ ਬੱਚੇ। ਹੁਣ ਇੱਕ ਗੱਲ ਨੂੰ ਸਮਝੋ, ਕੋਈ ਬੰਦੇ ਬੜਾ ਭੰਡਣ ਲੱਗ ਜਾਣਗੇ ਲਖਮੀ ਦਾਸ ਜੀ ਨੂੰ, ਸ਼੍ਰੀ ਚੰਦ ਜੀ ਨੂੰ, ਬਈ ਮਾੜੇ ਥੋੜ੍ਹਾ ਸੀ ਕੋਈ। ਗੁਰੂ ਨਾਨਕ ਦੀ ਗੋਦੀ 'ਚ ਖੇਡੇ, ਗੁਰੂ ਨਾਨਕ ਮਹਾਰਾਜ ਨੇ ਪਿਆਰ ਕੀਤਾ, ਮਹਾਰਾਜ ਦੇ ਨਾਲ ਸੌਂਦੇ ਸੀ ਉਹ। ਜਦੋਂ ਕਿਤੇ ਕਿੱਡੀ ਵੱਡੀ ਗੱਲ ਸੀ। ਸਕੂਲ ਵਿੱਚ ਬੱਚੇ ਪੜ੍ਹਦੇ ਆ, 5 ਪੜ੍ਹਦੇ ਆ, 7 ਪੜ੍ਹਦੇ ਆ, 10 ਪੜ੍ਹਦੇ ਆ, ਯਾਰ ਫਸਟ ਤਾਂ ਇੱਕ ਹੀ ਹੁੰਦਾ ਉਹਨਾਂ 'ਚੋਂ। ਕੋਈ ਸੈਕਿੰਡ ਆ ਜਾਂਦਾ, ਕੋਈ ਥਰਡ ਰਹਿ ਜਾਂਦਾ, ਉਹਨਾਂ ਨੂੰ ਤੁਸੀਂ ਸਕੂਲੋਂ ਕੱਢ ਦਿੰਦੇ ਹੋ ਕਿਤੇ, ਮਾੜੇ ਹੁੰਦੇ ਆ ਉਹ ਕਿਤੇ। ਸਾਡੀ ਦਿੱਕਤ ਹੈ ਇਹ। ਜੇ ਗੁਰੂ ਅੰਗਦ ਦੇਵ ਜੀ ਬਣ ਗਏ, ਭਾਈ ਲਹਿਣੇ ਤੋਂ ਗੁਰੂ ਅੰਗਦ ਬਣ ਗਏ, ਤੇ ਸਾਡੇ ਲੋਕ ਬਾਬੇ ਸ਼੍ਰੀ ਚੰਦ ਨੂੰ ਭੰਡਣੋਂ ਨਹੀਂ ਹਟਦੇ। ਅਖੇ ਜੀ ਉਹ ਤੇ ਪਾਸ ਨਹੀਂ ਹੋਏ, ਤੇ ਬਈ ਫੇਲ ਵੀ ਕਦੋਂ ਹੋ ਗਏ ਸੀ ਉਹ, ਉਹਨਾਂ ਦੇ ਬਰਾਬਰ ਨਹੀਂ ਪਹੁੰਚ ਸਕੇ। ਚਲੋ ਭਾਈ ਗੁਰੂ ਨਾਨਕ ਦੇਵ ਜੀ ਨੇ ਸੰਗਤ ਜੀ ਫਿਰ ਉਹੀ ਮੁੱਠੀ ਆਪਣੇ ਦੂਜੇ ਪੁੱਤ ਵੱਲ ਕੀਤੀ, ਲਖਮੀ ਦਾਸ ਜੀ ਵੱਲ, ਸਪੁੱਤਰ ਵੱਲ। ਕਹਿੰਦੇ ਬੇਟਾ ਇਹਦੇ ਵਿੱਚ ਕੀ ਹੈ। ਉਹ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ, ਹੁਣ ਜੋ ਵੱਡੇ ਵੀਰ ਨੇ ਮੇਰੇ ਨੇ, ਭਰਾਤਾ ਨੇ, ਸ਼੍ਰੀ ਚੰਦ ਜੀ ਨੇ ਗੱਲ ਆਖੀ ਉਹੀ ਹੈ ਸਾਹਮਣੇ ਸਾਰਿਆਂ ਨੇ ਤੁਸੀਂ ਪਾਈ। ਇੱਕ ਪੈਸਾ ਹੀ ਇਹਦੇ 'ਚ ਹੈਗਾ, ਹੋਰ ਕੀ ਹੈ। ਤੇ ਮਹਾਰਾਜ ਕਹਿੰਦੇ ਠੀਕ ਹੈ। ਫਿਰ ਲਹਿਣੇ ਵੱਲ ਕੀਤੀ। ਕਹਿੰਦੇ ਲਹਿਣੇ ਮੇਰੀ ਮੁੱਠੀ 'ਚ ਕੀ। ਲਹਿਣਾ ਰੋ ਪਿਆ ਤੇ ਧਾਰ ਨਿਕਲ ਗਈ। ਸੱਚੇ ਪਾਤਸ਼ਾਹ ਮੈਨੂੰ ਕੀ ਪਤਾ ਤੇਰੀ ਮੁੱਠੀ 'ਚ ਕੀ। ਤੇਰੀ ਮੁੱਠੀ 'ਚ ਦੋਵੇਂ ਜਹਾਨ ਦੀ ਦੌਲਤ ਹੈ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਜੇ ਕਿਤੇ ਤੇਰੀ ਮੁੱਠੀ ਖੁੱਲ੍ਹ ਜਾਏ, ਬਰਕਤਾਂ ਦੇ ਢੇਰ ਲੱਗ ਜਾਣਾ। ਤੇਰੀ ਮੁੱਠੀ 'ਚ ਸਭ ਕੁਝ ਹੈ। ਜਹਾਨ ਤੇਰੀ ਮੁੱਠੀ 'ਚ ਹੈ, ਇਹ ਲੋਕ ਤੇਰੀ ਮੁੱਠੀ 'ਚ ਹੈ, ਪ੍ਰਲੋਕ ਤੇਰੀ ਮੁੱਠੀ 'ਚ ਹੈ। ਮੇਰੇ ਪਾਤਸ਼ਾਹ ਤੇਰੇ ਹੱਥ ਵਿੱਚ ਬਹੁਤ ਕੁਝ ਹੈ, ਤੇ ਤੂੰ ਤਾਂ ਕਰਤਾਰ ਹੈ, ਤੇਰੇ ਹੱਥ ਵਿੱਚ ਸਭ ਦੀ ਤਾਰ ਹੈ। ਤੇ ਮਾਤਾ ਸੁਲੱਖਣੀ ਨੇ ਫਿਰ ਉਸ ਵੇਲੇ ਆਖਿਆ ਵੀ ਹਾਂ, ਅਸਲ ਗੁਰੂ ਦੀ ਪਰਖ ਇਹਨੂੰ ਹੈ, ਸਮਝ ਇਹਨੂੰ ਹੈ ਵੀ ਗੁਰੂ ਦਾ ਉਹ ਪਰਖ ਕੀ ਹੈ, ਵੀ ਗੁਰੂ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਇਹੀ ਪਰਖ ਹੈ, ਇਹੀ ਸਮਝ ਹੈ ਕਿ ਗੁਰੂ ਦਾ ਕੋਈ ਅੰਦਾਜ਼ਾ, ਕੋਈ ਮਾਪ ਨਹੀਂ ਕੋਈ ਲਾ ਸਕਦਾ ਕਿ ਗੁਰੂ ਐਡਾ ਹੈ, ਗੁਰੂ ਆਹ ਕਰ ਸਕਦਾ, ਗੁਰੂ ਵਾਹ ਕਰ ਸਕਦਾ, ਗੁਰੂ ਆਹ ਨਹੀਂ ਕਰ ਸਕਦਾ। ਅੱਜ ਸਾਡੇ ਵਿੱਚ ਕਿਤੇ ਨਾ ਕਿਤੇ ਕਮੀ ਇਹੀ ਆ ਰਹੀ ਸਾਧ ਸੰਗਤ। ਅਸੀਂ ਅੱਜ ਆਪ ਸਮਝਦੇ ਹਾਂ ਵੀ ਗੁਰੂ ਨੂੰ ਅਸੀਂ ਗਾਈਡ ਕਰੀਏ, ਜੋ ਮੈਂ ਕਹਿਣਾ ਉਹ ਗੁਰੂ ਕਰ ਸਕਦਾ, ਜੋ ਨਹੀਂ ਕਹਿੰਦਾ ਉਹ ਗੁਰੂ ਕਿਵੇਂ ਕਰ ਲਏਗਾ। ਉਂਝ ਗੁਰਸਿੱਖ ਦਾ ਹੈ ਪਰਿਭਾਸ਼ਾ ਇਹ ਹੈ ਕਿ ਜੋ ਗੁਰ ਦੱਸੇ ਵਾਟ ਮੁਰੀਦਾ ਜੋਲੀ ਹੈ। ਬੋਲੀ ਹੈ ਸੱਚ ਧਰਮ ਝੂਠ ਨਾ ਬੋਲੀ ਹੈ। ਜੋ ਗੁਰ ਦੱਸੇ ਵਾਟ ਮੁਰੀਦਾ ਜੋਲੀ ਹੈ। ਮੁਰੀਦ ਨੂੰ ਉਸ ਰਾਹ 'ਤੇ ਚੱਲਣਾ ਚਾਹੀਦਾ ਜੋ ਗੁਰੂ ਦੱਸਦਾ ਹੈ। ਸਿੱਖ ਨੂੰ ਗੁਰੂ ਦੀ ਗੱਲ ਮੰਨਣੀ ਚਾਹੀਦੀ ਹੈ। ਪਰ ਅੱਜ ਸਿੱਖ ਆਪ ਲਾਈਨਾਂ ਕੱਢ ਰਹੇ ਆ ਵੀ ਇਹਨਾਂ ਲਾਈਨਾਂ ਵਿੱਚ ਦੀ ਗੁਰੂ ਨਾਨਕ ਜੇ ਲੰਘਦਾ ਤਾਂ ਠੀਕ ਹੈ, ਵਿਆਖਿਆ ਆਪ ਬਣਾ ਰਹੇ ਹੈ। ਆਪਣੇ ਤਰੀਕੇ ਕਹਿੰਦੇ ਆ ਜੀ ਆਹ ਵਿਆਖਿਆ ਕਰੋਗੇ ਤਾਂ ਠੀਕ ਹੈ। ਅਖੇ ਜੀ ਜੇ ਅਸੀਂ ਆਹ ਵਿਆਖਿਆ ਬਾਣੀ ਦੀ ਕੀਤੀ ਤੇ ਨਾਸਤਕਾਂ ਨੇ ਨਹੀਂ ਮੰਨਣੀ, ਕਾਮਰੇਡਾਂ ਨੇ ਨਹੀਂ ਮੰਨਣੀ। ਉਹ ਨਹੀਂ ਮੰਨਦੇ, ਕਾਮਰੇਡ ਨਾ ਮੰਨਣ ਤੋਂ ਤੁਸੀਂ ਮਨਾ ਕੇ ਕੀ ਲੈਣਾ ਉਹਨਾਂ ਤੋਂ। ਅੱਜ ਤੁਸੀਂ ਨਿੰਦਿਆ ਕਰਦੇ ਹੋ ਕਿ ਅਖੇ ਜੀ ਕਵੀ ਸੰਤੋਖ ਸਿੰਘ ਨੇ ਵਿਆਖਿਆ ਗਲਤ ਕਰ ਦਿੱਤੀ ਗੁਰੂ ਨਾਨਕ ਦੇਵ ਦੀ ਜੀਵਨ ਦੀ, ਉਹਨਾਂ ਨੇ ਉਹ ਗਲਤ ਕਰ ਦਿੱਤਾ, ਉਹ ਕਰ ਦਿੱਤਾ। ਉਹ ਭਲਿਓ ਤੁਸੀਂ ਫਿਰ ਸਹੀ ਕਿਵੇਂ ਹੋ ਗਏ? ਕਿਉਂ?
ਜਿਸ ਵੇਲੇ ਭਾਈ ਸੰਤੋਖ ਸਿੰਘ ਨੇ ਗੁਰਪ੍ਰਤਾਪ ਸੂਰਜ ਲਿਖਿਆ, ਇਤਿਹਾਸ ਲਿਖਿਆ, ਉਸ ਵੇਲੇ ਉਹ ਪ੍ਰਭਾਵ ਸੀ ਉਹਨਾਂ ਲੋਕਾਂ ਦਾ ਆਲੇ ਦੁਆਲੇ। ਹਾਲਾਂਕਿ ਉਹਨਾਂ ਗਲਤ ਕੁਛ ਨਹੀਂ ਲਿਖਿਆ। ਜਿੱਥੇ ਕਿਤੇ ਮਾੜਾ ਮੋਟਾ ਉਸ ਵੇਲੇ ਅਵਤਾਰਵਾਦ ਚੱਲਦਾ ਸੀ, ਅਵਤਾਰੀ ਰੂਪ ਸੀ, ਉਦੋਂ ਉਹ ਪ੍ਰਭਾਵ ਸੀ, ਉਹੀ ਜੀ ਵਿਚਾਰ ਸੀ ਦੇਸ਼ ਵਿੱਚ, ਅਤੇ ਉਹਨਾਂ ਨੇ ਉਸ ਤਰੀਕੇ ਉਹ ਵਿਆਖਿਆ ਕਰ ਦਿੱਤੀ। ਅਤੇ ਅੱਜ ਤੁਸੀਂ ਉੱਠ ਕੇ ਆ ਗਏ ਹੋ ਅਤੇ ਅੱਜ ਕਹਿੰਦੇ ਹੋ ਜੀ ਉਹ ਗਲਤ ਹੈ। ਉਦੋਂ ਉਹਨਾਂ ਨੇ ਉਸ ਪ੍ਰਭਾਵ ਹੇਠਾਂ ਵਿਆਖਿਆ ਕਰਤੀ, ਉਹ ਗਲਤ ਹੈ। ਅੱਜ ਕਾਮਰੇਡੀ ਵਿਚਾਰਧਾਰਾ ਜ਼ਿਆਦਾ, ਨਾਸਤਿਕਵਾਦ ਜ਼ਿਆਦਾ, ਥੋੜ੍ਹੀ ਜਿਹੀ ਸਾਇੰਸ ਹੈ, ਤੁਸੀਂ ਉਹਦੇ ਹਿਸਾਬ ਨਾਲ ਅਰਥ ਕਰ ਰਹੇ ਹੋ। ਅਤੇ ਕੱਲ੍ਹ ਨੂੰ 150 ਸਾਲ ਬਾਅਦ ਕੋਈ ਹੋਰ ਵਿਚਾਰਧਾਰਾ ਹਾਵੀ ਹੋ ਗਈ ਹੈ ਇਸ ਸਮਾਜ ਉੱਤੇ, ਇੱਥੇ ਦੇ ਵਰਤਾਰੇ ਉੱਤੇ, ਅਤੇ ਤੁਸੀਂ ਫਿਰ ਅੱਜ ਦੀ ਵਿਚਾਰਧਾਰਾ ਦਾ ਖੰਡਨ ਕਰਨਗੇ ਉਹ, ਫਿਰ ਉਹ ਆਪਣੀ ਵਿਆਖਿਆ ਘੜਨਗੇ। ਅਤੇ ਫਿਰ ਗੁਰੂ ਨਾਨਕ ਕਿੱਥੇ ਰਹਿ ਗਿਆ ਮੈਨੂੰ ਦੱਸੋ? ਕਦੇ ਹਿੰਦੁੱਤਵੀ ਵਿਚਾਰਧਾਰਾ ਗੁਰੂ ਨਾਨਕ 'ਤੇ ਹਾਵੀ ਕਰਦੇ ਹੋ, ਕਿਤੇ ਇਸਲਾਮਿਜ਼ਮ ਦੀ ਵਿਚਾਰਧਾਰਾ ਗੁਰੂ ਨਾਨਕ 'ਤੇ ਹਾਵੀ ਕਰਦੇ ਹੋ, ਕਦੇ ਨਾਸਤਿਕਵਾਦ ਦੀ ਵਿਚਾਰਧਾਰਾ ਜਾਂ ਕਾਮਰੇਡੀ ਵਿਚਾਰਧਾਰਾ ਬਾਬੇ ਨਾਨਕ 'ਤੇ ਹਾਵੀ ਕਰਦੇ ਹੋ, ਅਤੇ ਬਾਬਾ ਨਾਨਕ ਕਿੱਥੇ ਹੈ? ਗੁਰੂ ਕੇ ਸਿੱਖੋ, ਗੁਰ ਕੀ ਮੱਤ ਤੂੰ ਲੈ ਆਨੇ। ਜਿਹੜਾ ਮਰਜ਼ੀ ਆਵੇ, ਅਸੀਂ ਕਿਸੇ ਦੀ ਗੱਲ ਨਹੀਂ ਮੰਨਣੀ, ਅਸੀਂ ਤਾਂ ਗੁਰੂ ਨਾਨਕ ਦੀ ਗੱਲ ਮੰਨਣੀ ਹੈ ਬਸ। ਸਾਡਾ ਗੁਰੂ ਗੁਰੂ ਨਾਨਕ ਹੈ, ਨਾ ਸਾਡਾ ਗੁਰੂ ਕੋਈ ਬ੍ਰਾਹਮਣ ਪਾਂਡਾ ਟੱਲ ਖੜਕਾਉਣ ਵਾਲਾ, ਨਾ ਸਾਡਾ ਗੁਰੂ ਕੋਈ ਤਿਲਕ ਜਨੇਊ ਲਾਉਣ ਵਾਲਾ, ਅਤੇ ਨਾ ਸਾਡਾ ਗੁਰੂ ਕੋਈ ਲਾਲ ਟੋਪੀ ਪਹਿਨਣ ਵਾਲਾ, ਦਾਤੀ ਥੋੜੇ ਤਾਰੇ ਵਾਲਾ, ਉਹ ਵੀ ਨਹੀਂ ਨਾ। ਸਾਡਾ ਗੁਰੂ ਤਾਂ ਸਾਡਾ ਗੁਰੂ ਹੈ, ਜੋ ਗੁਰੂ ਨੇ ਗੁਰਬਾਣੀ 'ਚ ਆਖਿਆ ਉਹੀ ਸਾਡਾ ਗੁਰੂ ਹੈ। ਇਹ ਨਹੀਂ ਸਾਡਾ ਪਾਰ ਉਤਾਰਾ ਕਰਨਾ। ਸਾਡੇ ਗੁਰੂ ਗੋਬਿੰਦ ਸਿੰਘ ਨੇ ਆਖਿਆ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਵੋ ਚਾਹੈ ਖੋਜ ਸ਼ਬਦ ਮੈਲੇ। ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਦੁਬਾਰਾ ਚਲਾ ਇਹਨੂੰ ਕਾਕੇ। ਇਉਂ ਮਹਾਰਾਜ ਸਾਹਿਬ ਕਹਿੰਦੇ ਆ ਵੀ ਆਗਿਆ ਭਈ ਹੈ ਪ੍ਰਮਾਤਮਾ ਵਾਹਿਗੁਰੂ ਦੀ, ਅਕਾਲ ਪੁਰਖ ਦੀ, ਅਤੇ ਉਹਦੇ ਅਨੁਸਾਰ ਹੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦਿੱਤੀ। ਔਰ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਆ, ਹੋਰ ਕੋਈ ਹੈ ਨਹੀਂ। ਇਉਂ ਸਾਹਿਬ ਜੀ ਕਹਿ ਰਹੇ ਆ, ਭਾਈ ਆਪਣੀਆਂ ਅਕਲ ਚਤਰਾਈਆਂ ਛੱਡਣੀਆਂ ਪੈਣ। ਤਜੀ ਸਿਆਣਪ ਬਲ ਬੁੱਧ ਵਿਕਾਰ। ਕਹਿੰਦੇ ਭਾਈ ਅਸੀਂ ਤਾਂ ਆਪਣੀ ਸਿਆਣਪ ਬੁੱਧੀ ਅਕਲ ਛੱਡੀ ਆ, ਗੁਰੂ ਦੀ ਗੱਲ ਸੁਣਦੇ ਹਾਂ ਅਤੇ ਮੰਨਦੇ ਹਾਂ। ਤਜੀ ਸਿਆਣਪ ਬਲ ਬੁੱਧ ਵਿਕਾਰ, ਆਪਣਾ ਬਲ ਆਪਣੀ ਬੁੱਧੀ ਛੱਡ ਦਿੱਤੀ, ਕਿਉਂਕਿ ਸਾਡੀ ਬੁੱਧੀ 'ਚ ਤਾਂ ਵਿਕਾਰ ਭਰੇ ਹੈ, ਵਿਕਾਰਾਂ ਦੇ ਭਰੇ ਮੈਲੇ ਕੁਚੈਲੇ। ਜਿਸ ਤਰੀਕੇ ਦੇ ਅਸੀਂ ਹਾਂ ਉੱਦਾਂ ਦੇ ਅਸੀਂ ਗੁਰੂ ਨਾਨਕ ਦੇਵ ਨੂੰ ਸੋਚਾਂਗੇ। ਜਿੱਦਾਂ ਦੇ ਚਸ਼ਮੇ ਸਾਡੀਆਂ ਅੱਖਾਂ 'ਤੇ ਲੱਗੇ ਆ ਵਿਚਾਰ ਦੇ, ਉਸ ਤਰੀਕੇ ਅਸੀਂ ਬਾਬੇ ਨਾਨਕ ਨੂੰ ਵੇਖਾਂਗੇ, ਉਸ ਤਰੀਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੇਖਾਂਗੇ, ਉਸ ਤਰੀਕੇ ਅਸੀਂ ਪੰਚਮ ਪਾਤਸ਼ਾਹ ਨੂੰ ਵੇਖਾਂਗੇ, ਉਸ ਤਰੀਕੇ ਹੀ ਸਾਨੂੰ ਸਾਡੇ ਕੌਮੀ ਜਰਨੈਲ ਪਰਵਾਨੇ ਦਿਸਣਗੇ, ਕਿਉਂਕਿ ਸਾਡੇ ਉੱਤੇ ਜੋ ਵਿਚਾਰ ਹਾਵੀ ਹੈ। ਪਰ ਸਾਨੂੰ ਇਹ ਚੀਜ਼ਾਂ ਛੱਡਣੀਆਂ ਪੈਣਗੀਆਂ ਵਿਕਾਰੀ ਬੁੱਧੀ ਦੀਆਂ, ਅਤੇ ਅਸੀਂ ਗੁਰੂ ਅਨੁਸਾਰੀ ਹੋਣਾ ਹੈ, ਉਹਦੀ ਸ਼ਰਨ 'ਚ ਜਾਣਾ ਹੈ, ਨਾ ਕਿ ਅਸੀਂ ਬਹੁਤ ਵੱਡੇ ਸਿਆਣੇ ਬਣ ਕੇ ਗੁਰੂ ਨੂੰ ਆਪਣੇ ਰਾਹੀਂ ਆਪਣੇ ਵਰਗਾ ਸਮਝਣਾ ਨਾ, ਅਤੇ ਉਹਦੇ ਦਾਸ ਬਣਾਂਗੇ। ਫਿਰ ਅਸੀਂ ਦਾਸ ਆਪਣੇ ਕੀ ਰਾਖਣਹਾਰ, ਫਿਰ ਆਪਣੇ ਦਾਸ ਦੀ ਰੱਖਦਾ ਉਹ, ਇੱਜ਼ਤ ਪੱਤ ਲੋਕ ਪਰਲੋਕ ਹਰ ਥਾਂ ਰੱਖਦਾ, ਰੱਖਿਆ ਕਰਦਾ, ਉਹਦੀ ਨਾਲ ਖੜਦਾ, ਮਹਿਸੂਸ ਹੁੰਦਾ। ਉਂਝ ਬੰਦੇ ਨੂੰ ਇਕੱਲਾ ਇਕੱਲਾ ਲੱਗੇਗਾ, ਮੇਰੇ ਅੱਗੇ ਪਿੱਛੇ ਕੋਈ ਨਹੀਂ, ਮੇਰੀ ਬਾਂਹ ਫੜਨ ਵਾਲਾ ਕੋਈ ਨਹੀਂ, ਟੱਕਰਾਂ ਮਾਰਦਾ ਫਿਰਦਾ ਕੰਧਾਂ 'ਚ, ਸਾਰਾ ਕੁਝ ਹੋਣ ਦੇ ਬਾਵਜੂਦ ਵੀ ਨੀਂਦ ਨਹੀਂ ਆਉਂਦੀ। ਅਤੇ ਇੱਕ ਉਹ ਹੈ ਕੁਛ ਵੀ ਨਹੀਂ, ਪਰ ਯਕੀਨ ਪਹਾੜ ਨਾਲੋਂ ਵੀ ਵੱਡਾ ਵੀ ਮੇਰੇ ਨਾਲ ਖੜਾ ਮੇਰਾ ਬਾਬਾ, ਔਰ ਖੜਾ ਵੀ ਹੁੰਦਾ ਉਹਨਾਂ ਦੇ, ਰੱਖਿਆ ਕਰਦਾ ਉਹਨਾਂ ਦੀ। ਇਉਂ ਕਹਿੰਦੇ ਆ ਭਾਈ ਉਹਦੀ ਸ਼ਰਨ ਵਿੱਚ ਜਾਓ। ਜਪ ਮਨ ਮੇਰੇ ਰਾਮ ਰਾਮ ਰੰਗ, ਹੇ ਮੇਰੇ ਮਨ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਰੰਗ, ਜਣੀ ਪ੍ਰੇਮ ਵਿੱਚ, ਪ੍ਰੇਮ ਦੇ ਸਹਿਤ ਜਪ, ਬਾਰ ਬਾਰ ਜਪੋ ਅਤੇ ਪ੍ਰੇਮ ਨਾਲ ਜਪੋ। ਘਰ ਬਾਹਰ ਤੇਰਾ ਸਦ ਸੰਗ, ਸਤਿਗੁਰੂ ਕਹਿੰਦੇ ਉਹ ਘਰੇ ਅਤੇ ਬਾਹਰ ਤੇਰੇ ਨਾਲ ਹੈ, ਸੰਗੀ ਹੈ।
ਘਰ ਬਾਹਰ ਤੇਰਾ ਪ੍ਰਵਾਸਾ, ਤੂੰ ਜਨ ਕਹਿ ਸੰਗ। ਉਹ ਤੇਰੇ ਨਾਲ ਹੈ। ਘਰ ਘਰ ਜਣੀ ਤੇਰੇ ਆਪਣੇ ਅੰਦਰ ਵੀ, ਤੇ ਦੂਜਾ ਅਰਥ ਬਾਹਰ ਜਣੀ ਹੈ ਤੇਰਾ ਬਾਹਰ ਸੰਸਾਰ ਵਿੱਚ ਵੀ। ਇਹ ਵੀ ਅਰਥ ਕਰ ਲੈਂਦੇ ਕਈ ਬੰਦੇ, ਅੰਦਰ ਵੀ ਬਾਹਰ ਵੀ, ਇਹਾਂ ਅੰਦਰ ਵੀ ਉਹਾਂ ਬਾਹਰ ਵੀ। ਜਾਂ ਘਰ ਤੇਰਾ ਘਰ ਜਿੱਥੇ ਰਹਿਣਾ ਠਹਿਰਦਾ, ਜਿਹਨੂੰ ਤੂੰ ਆਪਣਾ ਘਰ ਮਕਾਨ ਸਮਝੀ ਬੈਠਾ ਹੈ, ਬਾਹਰ ਸੰਸਾਰ ਵਿੱਚ ਵੀ। ਮਹਾਰਾਜ ਕਹਿੰਦੇ ਹਰ ਥਾਂ ਤੇਰੇ ਨਾਲ ਹੈ, ਤੇਰੇ ਸੰਗੀ ਸਾਥੀ ਹੈ, ਤੇਰੇ ਨਾਲ ਖੜਾ ਹੈ। ਫੀਲ ਕਰ ਉਹਨੂੰ, ਮਹਿਸੂਸ ਕਰ। ਮਹਿਸੂਸ ਕਰੇਗਾ ਤਾਂ ਤੇਰਾ ਆਪਣਾ ਜਾਣੇਗਾ, ਤੇ ਨਹੀਂ ਤੇ ਕੋਈ ਵੀ ਨਹੀਂ। ਖੜੇ ਤਾਂ 50 ਬੰਦੇ ਹੁੰਦੇ ਅੱਡੇ 'ਤੇ, ਆਪਾਂ ਫੋਨ ਕਰਕੇ ਪੁੱਛਦੇ ਕਿ ਕੌਣ ਹੈ ਤੇਰੇ ਨਾਲ, ਜਾਣਦਾ ਕਿਸੇ ਨੂੰ ਨਹੀਂ, ਤਾਂ ਕਹਿੰਦਾ ਜੀ ਕੋਈ ਨਹੀਂ, ਇਕੱਲਾ ਹੀ ਆ। ਕਿਹਦੇ ਨਾਲ ਆਇਆ ਬਈ ਦਿੱਲੀ? ਬੱਸ ਭਰ ਕੇ ਜਾਂਦੀ ਨਾ ਜੀ, ਇਕੱਲਾ ਹੀ ਆਇਆ। ਕਿਉਂ ਬਈ ਇਕੱਲਾ ਤੂੰ? ਆ 50 ਜਣੇ ਸੀ। ਕਿਉਂਕਿ ਤੂੰ ਜਾਣਦਾ ਨਹੀਂ ਇਹਨਾਂ ਨੂੰ, ਤਾਂ ਕਰਕੇ ਇਕੱਲਾ। ਜੇ ਤੂੰ 2 ਜਣਿਆਂ ਨੂੰ ਵੀ ਜਾਣਦਾ ਹੋਵੇ, ਤੂੰ ਆਖੇਂਗਾ ਜੀ ਫਲਾਣਾ ਵੀ ਹੈ ਜੀ, ਆ ਵੀ ਹੈ ਜੀ, ਫਿਰ 3 ਹੋ ਗਏ ਤੁਸੀਂ, ਫਿਰ 47 ਅਭਾਵ ਹੋ ਗਏ। ਤੂੰ ਜਿਹਨੂੰ ਜਾਣੇਗਾ, ਜਿਹਦੇ ਨਾਲ ਪਹਿਚਾਣ ਹੋਊਗੀ, ਉਹ ਤੇਰਾ ਆਪਣਾ ਬਣ ਜਾਂਦਾ। ਇੱਦਾਂ ਹੀ ਉਹਦੀ ਤੈਨੂੰ ਜਿਹੜੀ ਤੇਰਾ ਮਨ ਉਹਦੀ ਹੋਂਦ ਨੂੰ ਮਹਿਸੂਸ ਕਰਨ ਲੱਗ ਜਾਂਦਾ। ਇਉਂ ਹੀ ਜੇ ਪਰਮੇਸ਼ਰ ਵਾਹਿਗੁਰੂ ਨੂੰ ਤੂੰ ਸਮਝੇ, ਉਹਦੇ ਨੇੜੇ ਲੱਗੇ, ਗੁਰੂ ਨੂੰ ਆਪਣਾ ਜਾਣੇ, ਤੇ ਫਿਰ ਤੇਰੇ ਨਾਲ ਖੜਾ ਦਿਸੇਗਾ। ਤੇ ਹਜੇ ਤਾਂ ਤੂੰ ਗੁਰੂ ਨੂੰ ਜਾਣਦਾ ਹੀ ਨਹੀਂ ਆਪਣਾ। ਗੁਰੂ ਤੇਰੇ ਨਾਲ ਵੀ ਖੜਾ ਹੋਵੇ, ਤੈਨੂੰ ਲੱਗੇਗਾ ਮੈਂ ਇਕੱਲਾ ਹੀ ਹਾਂ, ਬੇਗਾਨਾ ਲੱਗੇਗਾ। ਇਸ ਲਈ ਮਹਾਰਾਜ ਤੇ ਕਹਿੰਦੇ ਘਰ ਬਾਹਰ ਤੇਰਾ ਸਦ ਸੰਗ। ਉਹ ਤੇਰੇ ਹਮੇਸ਼ਾ ਹੀ ਤਾਂ ਤੇਰੇ ਨਾਲ ਸੀ, ਉਹ ਤੂੰ ਵੇਖਿਆ ਹੀ ਨਹੀਂ ਉਹਨੂੰ ਕਦੇ। ਹਰੇਕ ਕੰਮ 'ਚ ਤੇਰੇ ਨਾਲ ਉਹ ਸੀ ਹੈ। ਬਚਨ ਜੋ ਕੀਤਾ 5 ਪਿਆਰਿਆਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਅੰਮ੍ਰਿਤ ਛਕਾਉਣ ਲੱਗਿਆ ਮਹਾਰਾਜ ਨੂੰ ਪੁੱਛਿਆ। ਮਹਾਰਾਜ ਨੇ ਜਦੋਂ ਅੰਮ੍ਰਿਤ ਛਕਿਆ ਨਾ 5 ਪਿਆਰਿਆਂ ਤੋਂ, ਕਹਿੰਦੇ ਜੀ ਮੇਰੇ ਲਈ ਹੁਕਮ 5 ਪਿਆਰਿਆਂ ਨੂੰ। ਮਹਾਰਾਜ ਕਹਿੰਦੇ 5 ਪਿਆਰੇ ਕਹਿੰਦੇ ਸਤਿਗੁਰੂ ਜੀ ਬਾਕੀ ਤਾਂ ਸਾਰਾ ਤੁਹਾਡੇ ਲਈ ਉਹੀ ਰਹਿਤ ਵਹਿਤ ਹੈ ਜੋ ਸਾਡੇ ਲਈ ਤੁਹਾਡੀ ਹੈ, ਜੋ ਸਾਨੂੰ ਦੱਸੀ ਹੈ। ਪਰ ਇੱਕ ਸਾਡੇ ਨਾਲੋਂ ਇੱਕ ਤੁਹਾਡੇ ਉੱਤੇ ਵੱਧ ਹੋਏਗੀ ਰਹਿਤ। ਕਹਿੰਦੇ ਜੀ ਕਿਹੜੀ? ਕਹਿੰਦੇ ਉਹ ਇਹ ਵੱਧ ਹੋਏਗੀ ਕਿ ਤੁਸੀਂ ਕਦੇ ਆਪਣੇ ਸਿੱਖ ਨੂੰ ਇਕੱਲਾ ਨਹੀਂ ਛੱਡਣਾ। ਇਹ ਬਚਨ ਕਰੋ ਸਾਡੇ ਨਾਲ। ਅੰਮ੍ਰਿਤ ਛਕਣ ਤੋਂ ਪਹਿਲਾਂ ਮਹਾਰਾਜ ਨੇ ਬਚਨ ਕੀਤਾ, ਮੈਂ ਗੱਲ ਵਚਨ ਕਰਦਾ, ਵਾਦਾ ਕਰਦਾ। ਇਹ ਗੁਰੂ ਗੋਬਿੰਦ ਸਿੰਘ ਦਾ ਵਚਨ ਵਾਦਾ ਹੈ, ਸਮਝਿਓ, ਸਾਡਾ ਨਹੀਂ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੈਂ ਇਹ ਗੱਲ ਦਾ ਵਚਨ ਕਰਦਾ ਕਿ ਮੈਂ ਸੱਚੀ ਆਪਣੇ ਸਿੱਖ ਨੂੰ ਇਕੱਲਾ ਨਹੀਂ ਛੱਡੂ, ਪਰ ਸਿੱਖ ਹੋਵੇ ਉਹ। ਸਮਝਿਓ ਗੱਲ, ਸਿੱਖ ਹੋਣੇ ਚਾਹੀਦੇ। ਬਣਦੇ ਨਹੀਂ ਅਸੀਂ। ਕੱਲ੍ਹ ਅਸੀਂ ਭਾਈ ਬਲਵੰਤ ਸਿੰਘ ਹੋਣਾ ਦੀ, ਸਾਡੇ ਗੁਰੂ ਘਰ ਦੇ ਰਾਗੀ ਸਿੰਘ ਸਨ ਨਾਡਾ ਸਾਹਿਬ ਦੇ, ਬੜੇ ਪਿਆਰੇ, ਬੜੇ ਭਿੱਜੇ ਹੋਏ ਗੁਰੂ ਦੀ ਬਾਣੀ ਨਾਲ ਜੁੜੇ ਹੋਏ, ਜਾਗੇ ਹੋਏ ਕੀਰਤਨੀਏ ਸਨ। ਉਹ ਗੱਲ ਬੜੀ ਬੇਬਾਕੀ ਨਾਲ ਕਰਦੇ ਸਨ, ਸ਼ਾਇਰ ਬੜੇ ਤਕੜੇ ਸਨ, ਕਵੀ ਵੀ ਸਨ। ਉਹ ਕਿਤੇ ਇੱਥੇ ਸਾਡੇ ਬੰਦੇ ਗੱਲਾਂ ਕਰਨ ਲੱਗ ਪਏ। ਭਾਈ ਅਮਨਦੀਪ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਦੇ, ਉਹ ਆਏ ਹੋਏ ਸਨ। ਉਹ ਦੱਸ ਰਹੇ ਸਨ, ਕਹਿੰਦੇ ਇੱਥੇ ਬੈਠੇ ਬੈਠੇ ਅਸੀਂ ਗੱਲਾਂ ਕਰਨ ਲੱਗੇ ਗਏ ਨੇ ਜੀ। ਅਤੇ ਗੱਲਾਂ ਕਰਨ ਲੱਗੇ ਕਿ ਯਾਰ ਵੀ ਬੜੇ ਕਈ ਧਰਮਾਂ ਵਾਲੇ ਸਾਨੂੰ ਆਪਣੇ 'ਚ ਮਿਲਾਈ ਜਾਂਦੇ ਹੈ, ਕਈ ਈਸਾਈ ਬਣਾਈ ਫਿਰੀ ਜਾਂਦੇ ਆ, ਕਈ RSS ਵਾਲੇ ਲੱਗੇ ਆ ਉਹ ਹਿੰਦੂ ਬਣਾ ਰਹੇ ਆ ਸਾਨੂੰ, ਫਲਾਣੇ ਲੱਗੇ ਆ ਉਹ ਬਣਾ ਰਹੇ। ਕਹਿੰਦੇ ਅਸੀਂ ਚਿੰਤਾ ਕਰ ਰਹੇ। ਉਹਨੇ ਅੱਗੋਂ ਹੱਸ ਕੇ ਆਖਿਆ, ਕਹਿੰਦਾ ਉਹ ਨਹੀਂ ਫਿਕਰ ਨਾ ਕਰੋ, ਕੋਈ ਸਾਨੂੰ ਹਿੰਦੂ ਨਹੀਂ ਬਣਾ ਸਕਦਾ ਵੀ ਸਾਨੂੰ 5 ਮਿੰਟ 10 ਮਿੰਟ। ਕਹਿੰਦਾ ਕਿਉਂ? ਉਹ ਕਹਿੰਦੇ ਮੈਂ ਉਹਨੂੰ ਆਖਿਆ ਆਪ, ਉਹਨੇ ਆਖਿਆ, ਕਹਿੰਦਾ ਵੀ ਸਾਨੂੰ 50-50 ਸਾਲ ਹੋ ਗਏ ਗੁਰਦੁਆਰਿਆਂ 'ਚ ਰਹਿੰਦਿਆਂ ਨੂੰ, ਸਮਝੋ, ਅਜੇ ਤੱਕ ਤਾਂ ਅਸੀਂ ਸਿੱਖ ਨਹੀਂ ਬਣੇ। 50-50 ਸਾਲਾਂ 'ਚ ਸਾਨੂੰ ਕੋਈ ਸਿੱਖ ਨਹੀਂ ਬਣਾ ਸਕਿਆ, ਅਤੇ ਅਸੀਂ ਹਿੰਦੂ ਕਿੱਥੇ ਬਣ ਜਾਣ ਲੱਗੇ ਹਾਂ? ਭੁਲੇਖਾ ਹੀ ਆ ਉਹਨਾਂ ਨੂੰ ਵੀ ਸਾਨੂੰ ਕੋਈ ਬਣਾ ਲਓ। ਜਿਹਨੂੰ ਗੁਰੂ ਗੋਬਿੰਦ ਸਿੰਘ ਵਰਗਾ ਪਿਓ ਪਸੰਦ ਨਹੀਂ ਨਾ ਆਇਆ, ਸਮਝਿਓ, 4 ਪੁੱਤਰ ਵਾਰਨ ਵਾਲਾ, ਭੁਲੇਖੇ 'ਚ ਨਾ ਰਹੇ ਜੇ ਉਹਨੂੰ ਆ ਬਾਬਾ ਕਿਤੇ ਪਸੰਦ ਆ ਜੂਗਾ ਝੂਠੇ ਸੌਦੇ ਵਾਲਾ। ਭੁਲੇਖੇ 'ਚ ਨੇ ਉਹ ਲੋਕ ਵੀ ਉਹਨੂੰ ਪਿਤਾ ਕਹਿ ਕੇ ਉਹਨਾਂ ਨੂੰ ਸਬਰ ਮਿਲ ਜੂ, ਨਹੀਂ ਮਿਲਣਾ। ਜਿਹਨੂੰ ਗੁਰੂ ਗੋਬਿੰਦ ਸਿੰਘ, ਜਿਹਨੂੰ ਮਾਤਾ ਸਾਹਿਬ ਕੌਰ ਵਰਗੀ ਮਾਂ ਨਹੀਂ ਨਾ ਜਿਹਨੂੰ ਫੀਲ ਹੋਈ, ਉਹਨੂੰ ਆਸਾ ਰਾਮ ਵਰਗਾ ਬਾਪੂ ਪਸੰਦ ਨਹੀਂ ਆਉਣਾ। ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ, ਆਉਣਾ ਨਹੀਂ। ਇਹ ਭਟਕੇ ਫਿਰਦੇ ਆ, ਬਸ ਗੱਲ ਇਹ ਆ।
ਕਦੇ ਕਿਤੇ ਕਦੇ ਕਿਤੇ ਫੀਲ ਨਹੀਂ ਨਾ ਕਰਦੇ, ਆਪਣੇ ਦਰ 'ਤੇ ਆਉਂਦੇ ਨਹੀਂ। ਪਰ ਜੇ ਆਉਣ ਇੱਥੇ, ਇਹਦੇ ਬਣ ਜਾਣ, ਤੇ ਫਿਰ ਦੁਨੀਆ 'ਤੇ ਕਿਤੇ ਜਾਣ ਦੀ ਲੋੜ ਨਹੀਂ। ਮਹਾਰਾਜ ਕਹਿੰਦੇ ਘਰ ਬਾਹਰ ਤੇਰਾ, ਸਦ ਸੰਗ ਤੇਰੇ ਨਾਲ ਹੈ। ਉਹ ਰਹਾਓ ਵਿਸ਼ਰਾਮ ਦੇ ਕੇ ਸਮਝਾਉਂਦੇ, ਤਿਸ ਕੀ ਟੇਕ ਮਨੈ ਮਹਿ ਰਾਖ, ਉਹਦੀ ਟੇਕ, ਉਹਦਾ ਭਰੋਸਾ ਆਪਣੇ ਮਨ 'ਚ ਰੱਖਿਆ ਕਰ। ਇਹ ਥੋੜ੍ਹਾ ਜਿਹਾ ਔਖਾ ਹੈ, ਬਣਦਾ ਨਹੀਂ ਸਾਡੇ ਅੰਦਰ। ਗੱਲ ਗੱਲ 'ਤੇ ਤਾਂ ਡੁਲਾ ਲੈਂਦੇ ਹਾਂ, ਮੇਰਾ ਆਹ ਕੰਮ ਨਹੀਂ ਹੋਇਆ, ਮੇਰੇ ਸਾਈਨ ਨਹੀਂ ਹੋਏ, ਮੇਰੇ ਫਿੰਗਰਪ੍ਰਿੰਟ ਨਹੀਂ ਹੋਏ, ਮੇਰਾ ਵੀਜ਼ਾ ਨਹੀਂ ਆਇਆ, ਮੇਰਾ ਪਾਸਪੋਰਟ ਨਹੀਂ ਆਇਆ, ਹਜੇ ਮੇਰਾ ਰਿਜ਼ਲਟ ਨਹੀਂ ਆਇਆ। ਇਹਨਾਂ ਚੀਜ਼ ਬੜੇ ਬਿੰਦ ਬਿੰਦ 'ਚ ਡੋਲਦੇ ਆ ਪੱਤੇ ਦੀ ਤਰ੍ਹਾਂ। ਇੱਕ ਕੰਮ ਅੜ ਗਿਆ, ਫਿਰ ਲੈ ਆ ਗਿਆ ਵੀਜ਼ਾ, ਲੈ ਹਜੇ ਮੇਰੀ ਟਿਕਟ ਨਹੀਂ ਬਣੀ। ਬਾਬਾ ਕੀ ਕਰਦਾ, ਲੈ ਟਿਕਟ ਬਣ ਗਈ, ਮੈਨੂੰ ਆਹ ਇੱਧਰਲੀ ਸੀਟ ਨਹੀਂ ਮਿਲੀ। ਬਾਬਾ ਕੀ ਕਰਦਾ, ਉਹ ਮਿਲ ਗਈ। ਲੈ ਕਰੋਨਾ ਵਾਲੇ ਚੱਕਰ 'ਚ ਤੁਰੇ ਫਿਰਦਿਆਂ ਕੈਂਸਲ ਹੋ ਗਈ ਫਲਾਈਟ। ਉਹ ਤੇਰੇ ਕੰਮ ਲਈ ਬਾਬਾ ਘੁੰਮਦਾ ਫਿਰੇ ਇਕੱਲੇ ਲਈ, ਤੂੰ ਬਾਬੇ ਲਈ ਕੁਛ ਨਾ ਕਰੀ। ਤੂੰ ਉੱਥੇ ਪਹੁੰਚ ਕੇ ਭਾਵੇਂ ਬਿਮਾਰ ਹੋ ਜਾਏ, ਭਾਵੇਂ ਉੱਥੇ ਜਾ ਕੇ ਪਹੁੰਚ ਗਿਆ, ਉੱਥੇ ਕੰਮ ਨਾ ਮਿਲੇ, ਫੇਰ ਰੋਂਦਾ, ਹੋ ਬਾਬਾ ਇੱਥੇ ਪਹੁੰਚਾਇਆ ਹੀ ਕਿਉਂ ਮੈਨੂੰ। ਉਹ ਬਾਬਾ ਤੇ ਬਥੇਰਾ ਰੋਕ ਰਿਹਾ ਸੀ ਤੈਨੂੰ, ਇੱਥੇ ਤਾਂ ਕੰਮ ਨਹੀਂ, ਉੱਥੇ ਘਰ ਹੀ ਠੀਕ ਸੀ। ਠੰਡ ਬੜੀ ਲੱਗਦੀ ਹੈ, ਠੁਰ ਠੁਰ ਕਰਦੇ ਫਿਰਦੇ। ਛੋਟੀਆਂ ਛੋਟੀਆਂ ਗੱਲਾਂ 'ਤੇ ਮਿਹਣੇ ਮਾਰਨੇ ਛੱਡ ਦਿਓ ਗੁਰੂ ਨੂੰ। ਇਹ ਸੰਸਾਰ ਦੇ ਕੰਮ ਹੋ ਹੀ ਜਾਣੇ ਆ, ਇਹਨਾਂ ਦਾ ਕੀ ਹੈ, ਰੁਕ ਜਾਣੇ ਆ ਕਿਤੇ। ਤੂੰ ਹੋਵੇਂਗਾ ਤਾਂ ਵੀ ਚੱਲ ਰਹੇ ਆ, ਨਾ ਹੋਵੇਗਾ ਤਾਂ ਵੀ ਚੱਲੀ ਜਾਣੇ ਇਹਨਾਂ ਨੇ, ਇਹ ਨਹੀਂ ਰੁਕਣੇ। ਜਹਾਜ਼ ਭਰ ਭਰ ਕੇ ਆ ਰਹੇ ਆ, ਜਾ ਰਹੇ ਆ, ਤੇਰੇ ਵਰਗੇ 3600 ਆਉਂਦੇ ਜਾਂਦੇ ਆ। ਤੈਨੂੰ ਕੀ ਸਮਝਦੀ ਹੈ ਦੁਨੀਆ। ਇੱਕ ਦਿਨ ਇਕੱਠੇ ਹੋਣਾ ਭੋਗ 'ਤੇ, ਯਾਦ ਕਰਨਾ, ਮੁੜ ਕੇ ਹੋ ਗਿਆ। ਕੌਣ ਜਾਣਦਾ ਤੈਨੂੰ ਕੀ ਹੋਂਦ ਹਸਤੀ ਹੈ। ਇਸ ਲਈ ਵਾਹਿਗੁਰੂ 'ਤੇ ਭਰੋਸਾ ਰੱਖਿਆ ਕਰ। ਗੁਰੂ 'ਤੇ, ਗੁਰ ਕਾ ਸ਼ਬਦ ਅੰਮ੍ਰਿਤ ਰਸ ਚਾਖ, ਗੁਰੂ ਦੇ ਸ਼ਬਦ ਦਾ ਆਨੰਦ ਮਾਣ। ਥੋੜ੍ਹਾ ਜਿਹਾ ਬਾਣੀ ਪੜ੍ਹਿਆ ਕਰ, ਉਹ ਰਸ ਹੈ ਉਹਦੇ 'ਚੋਂ, ਬਾਣੀ 'ਚੋਂ ਆਉਂਦਾ, ਉਹ ਚਖ ਲੈ, ਸਵਾਦ ਲੈ ਬਾਣੀ ਦਾ। ਬਾਣੀ ਪੜ੍ਹਿਆ ਕਰ। ਅਵਰ ਯਤਨ ਕਹੋ ਕੌਣ ਕਾਜ, ਹੋਰ ਜਿੰਨੇ ਵੀ ਤੂੰ ਯਤਨ ਕਰ ਰਿਹਾ ਨਾ, ਮਹਾਰਾਜ ਕਹਿੰਦੇ 10 ਖਾਂ ਫਿਰ ਕਿਸੇ ਕੰਮ ਆ ਜਾਣਗੇ ਤੇਰੇ। ਪੰਡ ਬੰਨ੍ਹ ਕੇ ਲੈ ਜਾਏਗਾ ਨਹੀਂ। ਕਰ ਕਿਰਪਾ ਰਾਖੈ ਆਪ ਲਾਜ, ਉਹ ਕਿਰਪਾ ਕਰੇਗਾ ਤਾਂ ਉਹ ਲਾਜ ਰੱਖੇਗਾ ਤੇਰੀ। ਉਹਨੇ ਤੇਰੀ ਪੱਤ ਰੱਖਣੀ, ਲੋਕ 'ਚ ਵੀ ਤੇ ਪਰਲੋਕ ਵਿੱਚ ਵੀ। ਕਿਆ ਮਾਨੁਖ ਕਹੋ ਕਿਆ ਜ਼ੋਰ, ਕਹਿੰਦੇ ਬੰਦੇ ਦੇ ਕੀ ਜ਼ੋਰ ਹੈ, ਬਸ 'ਚ ਕੀ ਹੈ ਬਾਈ, ਕੀ ਕਰ ਲਏਗਾ। ਝੂਠਾ ਮਾਇਆ ਕਾ ਸਭ ਸ਼ੋਰ, ਮਾਇਆ ਦਾ ਜਿਹੜਾ ਸ਼ੋਰ ਹੈ ਨਾ ਅੰਦਰ ਵੀ, ਮੈਂ ਮੇਰੇ ਕੋਲ ਬੜੀ ਹੈ, ਮੇਰੇ ਕੋਲ ਬੜੀ ਹੈ, ਇਹ ਝੂਠਾ ਹੀ ਹੈ। ਤੇਰੇ ਤੋਂ ਬਥੇਰੇ, ਵੱਡੇ ਤੋਂ ਵੱਡੇ, ਅਮੀਰ ਤੋਂ ਅਮੀਰ ਪਏ ਹੈ, ਕੋਈ ਪਤਾ ਲੱਗਦਾ। ਕਰਨ ਕਰਾਵਣ ਹਾਰ ਸੁਆਮੀ, ਉਹ ਵਾਹਿਗੁਰੂ ਕਰਨ ਕਾਰਨ ਹਾਰ ਹੈ ਵੀ ਹੈ, ਕਰਵਾ ਵੀ ਲਊਗਾ ਕਿਸੇ ਤੋਂ, ਦੂਜੇ ਤੋਂ ਵੀ ਕਰਵਾ ਲਊਗਾ, ਆਪ ਵੀ ਕਰ ਲਏਗਾ। ਸਗਲ ਘਟਾ ਕੇ ਅੰਤਰ ਜਾਮੀ, ਸਾਰਿਆਂ ਘਟਾਵਾਂ ਦੀ, ਜर्रे ਜर्रे ਦੀ ਜਾਣਨ ਵਾਲਾ ਹੈ। ਸਰਬ ਸੁਖਾ ਸੁਖ ਸਾਚਾ, ਇਹੋ ਸਾਰੇ ਸੁੱਖਾਂ ਤੋਂ ਸੱਚਾ ਸੁੱਖ ਇਹ ਹੈ। ਕਿਹੜਾ ਮਹਾਰਾਜ, ਗੁਰ ਉਪਦੇਸ਼ ਮਨੈ ਮਹਿ ਲੇਹੋ, ਕਹਿੰਦੇ ਗੁਰੂ ਦਾ ਉਪਦੇਸ਼ ਮਨ ਵਿੱਚ ਵਸਾ ਲੈਣਾ, ਇਹ ਸਭ ਤੋਂ ਸੱਚਾ ਸੁੱਖ ਹੈ ਪਿਆਰਿਓ। ਸਭ ਤੋਂ ਜ਼ਿਆਦਾ ਸੁੱਖ ਗੁਰੂ ਦੇ ਉਪਦੇਸ਼ ਨੂੰ ਮਨ 'ਚ ਵਸਾਉਣਾ। ਜਾ ਕਉ ਰਾਮ ਨਾਮ ਲਿਵ ਲਾਗੀ, ਆਖਰੀ ਪੰਕਤੀ ਹੈ ਇਹ। ਕਹਿੰਦੇ ਜਿਨ੍ਹਾਂ ਨੂੰ ਭਾਈ ਪਰਮੇਸ਼ਰ ਦੇ ਨਾਮ ਦੀ ਲਿਵ ਲੱਗ ਗਈ, ਕਹੋ ਨਾਨਕ ਸੋ ਧਨ ਵੱਡ ਭਾਗੀ। ਮਹਾਰਾਜ ਕਹਿੰਦੇ ਉਹ ਬੰਦੇ ਧਨ ਹੈ, ਵੱਡੇ ਭਾਗਾਂ ਵਾਲੇ ਹੈ, ਜਿਨ੍ਹਾਂ ਦੀ ਪ੍ਰਭੂ ਦੇ ਨਾਮ ਨਾਲ ਲਿਵ ਲੱਗ ਗਈ, ਅਤੇ ਉਹਨਾਂ ਦੇ ਲੋਕ ਸੁਖੀਏ, ਪਰਲੋਕ ਸੁਹੇਲੇ ਹੋ ਜਾਂਦੇ ਹਨ। ਇਹ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ। ਇੱਥੇ ਸ਼ਬਦੀ ਸੰਪੂਰਨਤਾ, ਸਮੇਂ ਦੀ ਸਮਾਪਤੀ, ਹੋਈਆਂ ਭੁੱਲਾਂ ਦੀ ਖਿਮਾ ਬਲਾਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ